ਸਤਿ ਸ਼੍ਰੀ ਅਕਾਲ ਫਰੈਂਡਸ। ਟਾਰਗੇਟ 100 ਸਟੱਡੀ ਗਰੁੱਪ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪੋਲਿਟੀ ਦੇ ਲੈਕਚਰ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਹਿਸਟੋਰੀਕਲ ਬੈਕਗ੍ਰਾਉਂਡ ਬਾਰੇ ਡਿਸਕਸ ਕਰਾਂਗੇ। ਅੱਗੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਇਸ YouTube ਚੈਨਲ ਤੇ ਮਾਡਰਨ ਇੰਡੀਅਨ ਹਿਸਟਰੀ, ਜਿਓਗ੍ਰਾਫੀ, ਸਾਇੰਸ ਅਤੇ ਹੋਰ ਸਾਰੇ ਸਬਜੈਕਟਸ ਦੇ ਲੈਕਚਰ ਲੈ ਕੇ ਆ ਰਹੇ ਹਾਂ। ਤਾਂ ਤੁਸੀਂ ਕਿਸੇ ਵੀ ਐਗਜ਼ਾਮ ਲਾਈਕ UPSC, PPSC, SSC ਜਾਂ ਕਿਸੇ ਵੀ ਹੋਰ ਗਵਰਨਮੈਂਟ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਬਹੁਤ ਬੈਨੀਫੀਸ਼ੀਅਲ ਹੋਣ ਵਾਲਾ ਹੈ। ਤਾਂ ਤੁਸੀਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਹੈ, ਸ਼ੇਅਰ ਜ਼ਰੂਰ ਕਰੋ ਤਾਂ ਜੋ ਸਟੂਡੈਂਟਸ ਨੇ ਉਹਨਾਂ ਤੱਕ ਪਹੁੰਚ ਸਕੇ। ਤਾਂ ਦੋਸਤੋ, ਅਸੀਂ ਹਿਸਟੋਰੀਕਲ ਬੈਕਗਰਾਉਂਡ ਆਫ ਕਨਸਟੀਟਿਊਸ਼ਨ ਸਟਾਰਟ ਕਰਨ ਲੱਗੇ ਹਾਂ। ਇੰਡੀਆ ਕਾਫੀ ਲੰਮਾ ਸਮਾਂ ਗੁਲਾਮ ਰਿਹਾ। ਜਿਵੇਂ ਕਿ ਬ੍ਰਿਟਿਸ਼ ਆਏ ਸੀ ਈਸਟ ਇੰਡੀਆ ਕੰਪਨੀ ਲੈ ਕੇ ਐਜ਼ ਏ ਟਰੇਡਰਸ ਇਨ ਇੰਡੀਆ 1600 ਦੇ ਵਿੱਚ ਜਿਹੜੇ ਬ੍ਰਿਟਿਸ਼ ਸੀ ਉਹ ਐਜ਼ ਏ ਟਰੇਡਰ ਆਏ ਸੀਗੇ। ਪਰ ਉਸ ਤੋਂ ਬਾਅਦ ਕਿਉਂਕਿ ਇੰਡੀਆ ਸੀ ਇਹ ਇੱਕ ਰਾਜਿਆਂ ਦੇ ਨਾਰਥ ਦੇ ਵਿੱਚ ਹੋਰ ਰਾਜੇ ਕੰਮ ਕਰ ਰਹੇ ਸੀਗੇ, ਆਪਣਾ ਰਾਜ ਕਰ ਰਹੇ ਸੀ, ਸਾਊਥ ਦੇ ਵਿੱਚ ਹੋਰ ਕਰ ਰਹੇ ਸੀ, ਤਾਂ ਇਹ ਯੂਨਾਈਟ ਨਹੀਂ ਸੀ ਹੈਗਾ ਉਸ ਟਾਈਮ। ਤਾਂ ਬ੍ਰਿਟਿਸ਼ ਨੇ ਇਸ ਦਾ ਇੱਕ ਤਰ੍ਹਾਂ ਫਾਇਦਾ ਚੁੱਕਿਆ। ਤਾਂ ਕਾਫੀ ਟਾਈਮ ਉਹਨਾਂ ਨੇ ਕੰਪਨੀ ਦੇ ਤੌਰ 'ਤੇ ਟਰੇਡ ਕਰਿਆ, ਪਰ ਹੌਲੀ ਹੌਲੀ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਪਣਾ ਜਿਹੜਾ ਉਹ ਕਰਨ ਲਈ ਬੈਟਲਸ ਲੜਨੀਆਂ ਸਟਾਰਟ ਕਰ ਦਿੱਤੀਆਂ। ਤਾਂ ਇਸ ਦੌਰਾਨ 1764 ਦੇ ਵਿੱਚ ਬੈਟਲ ਆਫ ਬਕਸਰ ਹੋਈ ਸੀ। ਉਸ ਤੋਂ ਬਾਅਦ ਕੀ ਹੋਇਆ ਸੀ, ਇਨ 1765 ਉਹ ਬੈਟਲ ਬ੍ਰਿਟਿਸ਼ ਜਿੱਤੇ ਸੀ। ਉਸ ਟਾਈਮ ਜਿਹੜਾ ਮੁਗਲ ਬਾਦਸ਼ਾਹ ਸੀ ਸ਼ਾਹ ਆਲਮ, ਉਹਨੇ ਜਿਹੜੀ ਉਸ ਟਾਈਮ ਬ੍ਰਿਟਿਸ਼ ਕੰਪਨੀ ਸੀ ਈਸਟ ਇੰਡੀਆ, ਉਹਨੂੰ ਦੀਵਾਨੀ ਕੀ ਹੈ ਬੇਸਿਕਲੀ, ਇਹ ਰਾਈਟਸ ਸੀਗੇ, ਰਾਈਟਸ ਓਵਰ ਰੈਵਨਿਊ ਐਂਡ ਸਿਵਿਕ, ਠੀਕ ਹੈ। ਤਾਂ ਕੰਟਰੋਲ ਸੀ ਬੇਸਿਕਲੀ ਰੈਵਨਿਊ ਦੇ ਉੱਪਰ। ਤਾਂ ਇਹ ਦੀਵਾਨੀ ਇਹਨਾਂ ਨੇ ਸ਼ਾਹ ਆਲਮ ਤੋਂ ਓਬਟੇਨ ਕਰ ਲਿਆ ਸੀ, ਬੰਗਾਲ, ਬਿਹਾਰ ਅਤੇ ਉੜੀਸਾ ਦਾ ਇਨ 1765। ਤਾਂ ਇੱਥੋਂ ਹੀ ਕਹਾਣੀ ਸਟਾਰਟ ਹੁੰਦੀ ਹੈ ਬੇਸਿਕਲੀ ਕੰਪਨੀ ਦੇ ਰੂਲ ਦੀ ਇਨ 1765। ਤਾਂ ਹੁਣ ਕਿਸੇ ਵੀ ਆਪਾਂ ਕਹਿ ਦਈਏ ਸਿਸਟਮ ਨੂੰ ਚਲਾਉਣ ਲਈ ਕੁਛ ਨਾ ਕੁਛ ਐਕਟਸ ਦੀ ਲੋੜ ਹੁੰਦੀ ਹੈ, ਰੈਗੂਲੇਸ਼ਨਸ ਦੀ ਲੋੜ ਹੁੰਦੀ ਹੈ। ਤਾਂ ਉਹ ਚੀਜ਼ਾਂ ਉਹਨਾਂ ਨੇ ਫੋਲੋ ਕਰੀਆਂ। ਅਸੀਂ ਇੱਥੇ ਮੂਵਮੈਂਟਸ ਡਿਸਕਸ ਨਹੀਂ ਕਰਾਂਗੇ। ਮੂਵਮੈਂਟਸ ਅਸੀਂ ਮਾਡਰਨ ਇੰਡੀਆ 'ਚ ਡਿਸਕਸ ਕਰਾਂਗੇ ਵੀ ਕੀ ਹੋਇਆ, ਲਾਈਕ ਵਿਦਰੋਹ ਹੋਏ, ਸ਼ਹੀਦੀਆਂ ਹੋਈਆਂ, ਜਾਂ ਕੀ ਉਸ ਟਾਈਮ ਦੇ ਵਿੱਚ ਜੋ ਇਵੈਂਟ ਅਕਰ ਹੋਏ, ਉਹ ਅਸੀਂ ਅਲੱਗ ਤੋਂ ਡਿਸਕਸ ਕਰਾਂਗੇ। ਪਰ ਇਹ ਅਸੀਂ ਜਸਟ ਇੱਕ ਬਰੀਫਲੀ ਚੈੱਕ ਕਰ ਰਹੇ ਹਾਂ। ਮੇਨਲੀ ਸਾਡਾ ਇਹਦੇ 'ਚ ਪਰਪਜ਼ ਆ ਜਿਹੜੇ ਐਕਟਸ ਅਤੇ ਰੈਗੂਲੇਸ਼ਨਸ ਨੇ ਜਿਹੜੇ ਸਾਡੇ ਕਨਸਟੀਟਿਊਸ਼ਨ ਦਾ ਮੁੱਢ ਬਣੇ ਨੇ ਬਾਅਦ 'ਚ, ਅਸੀਂ ਸਿਰਫ ਉਹ ਡਿਸਕਸ ਕਰ ਰਹੇ ਹਾਂ। ਇਹ ਵੀਡੀਓ ਥੋੜ੍ਹਾ ਲੰਬਾ ਹੋਣ ਵਾਲਾ ਹੈ, ਪਰ ਬੜੇ ਤੁਸੀਂ ਸਬਰ ਨਾਲ ਸੁਣਨਾ ਹੈ ਕਿਉਂਕਿ ਇਹਦੇ 'ਚੋਂ ਕਾਫੀ ਕੁਝ ਸਿੱਖਣ ਲਈ ਮਿਲੇਗਾ ਤੁਹਾਨੂੰ। ਤਾਂ ਹੁਣ ਅਸੀਂ ਗੱਲ ਕਰਾਂਗੇ 2 ਸੈਪਰੇਟ ਫੇਜ਼ਿਸ ਦੀ। ਐਕਚੁਅਲੀ ਬ੍ਰਿਟਿਸ਼ ਨੇ ਜਿਹੜੇ ਜਦੋਂ ਪਹਿਲਾਂ ਕੰਪਨੀ ਆਈ ਸੀ ਤਾਂ ਉਹ 2 ਫੇਸਿਸ ਦੇ ਵਿੱਚ ਆਪਾਂ ਇਹਨੂੰ ਡਿਵਾਈਡ ਕਰ ਲੈਂਦੇ ਹਾਂ। ਕੰਪਨੀ ਆਉਂਦੀ ਹੈ, ਉਹ ਦੀਵਾਨੀ ਹਾਸਲ ਕਰ ਲੈਂਦੀ ਹੈ, ਇੱਥੋਂ ਦੇ ਰੈਵਨਿਊ 'ਤੇ ਇੱਕ ਤਰ੍ਹਾਂ ਨਾਲ ਕੰਟਰੋਲ ਹਾਸਲ ਕਰ ਲੈਂਦੀ ਹੈ। ਉਸ ਤੋਂ ਬਾਅਦ ਉਹ ਐਕਟਸ ਬਣਾਉਂਦੀ ਹੈ ਡਿਫਰੈਂਟ ਅਤੇ ਉਹ ਰਾਜ ਕਰਦੀ ਹੈ। ਤਾਂ ਉਸ ਟਾਈਮ ਨੂੰ ਕੰਪਨੀ ਰੂਲ ਕਿਹਾ ਜਾਂਦਾ 1773 to 1858, ਠੀਕ ਹੈ। ਇਸ ਤੋਂ ਬਾਅਦ ਵੀ ਰਾਜ ਤਾਂ ਬ੍ਰਿਟਿਸ਼ ਦਾ ਹੀ ਰਹਿੰਦਾ ਹੈ, ਪਰ ਉਹ ਕੰਪਨੀ ਰੂਲ ਜਿਹੜਾ ਉਹ ਅਬੋਲਿਸ਼ ਹੋ ਜਾਂਦਾ ਹੈ। ਉਹਦਾ ਰੀਜ਼ਨ ਸੀ ਉਹ ਅੱਗੇ ਅਸੀਂ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ। ਉਸ ਟਾਈਮ ਫਸਟ ਬੈਟਲ ਆਫ ਇੰਡੀਪੈਂਡੈਂਸ ਵੀ ਕਿਹਾ ਜਾਂਦਾ ਹੈ, ਰਿਵੋਲਟ ਆਫ 1857 ਹੁੰਦਾ ਹੈ। ਆਫਟਰ ਦੈਟ ਕੀ ਹੈ, ਉਹ ਕੰਪਨੀ ਦਾ ਜਿਹੜਾ ਰੂਲ ਹੈ ਉਹ ਅਬੋਲਿਸ਼ ਹੋ ਜਾਂਦਾ ਅਤੇ ਉਸ ਤੋਂ ਬਾਅਦ ਸਿੱਧਾ ਡਾਇਰੈਕਟ ਜਿਹੜਾ ਕੰਟਰੋਲ ਹੈ ਉਹ ਕਰਾਊਨ ਕੋਲ ਆ ਜਾਂਦਾ। ਕਰਾਊਨ ਮੀਨਸ ਜਿਹੜਾ ਉੱਥੋਂ ਦਾ ਰਾਜਾ ਹੈ, ਰਾਣੀ ਹੈ ਜਿਹੜੀ ਬ੍ਰਿਟਿਸ਼ ਦੀ, ਡਾਇਰੈਕਟਲੀ ਉਹਦੇ ਅੰਡਰ ਸਾਡਾ ਜਿਹੜਾ ਇੰਡੀਆ ਦਾ ਕੰਟਰੋਲ ਸੀ ਉਹ ਡਾਇਰੈਕਟਲੀ ਕਰਾਊਨ ਦੇ ਅੰਡਰ ਆ ਗਿਆ ਸੀ। ਤਾਂ ਉਸ ਤੋਂ ਬਾਅਦ 1858 to 1947 ਟਿਲ ਵੀ ਗੋਟ ਇੰਡੀਪੈਂਡੈਂਸ, ਅਤੇ ਉਦੋਂ ਤੱਕ ਜਿਹੜਾ ਰੂਲ ਸੀ ਉਹ ਕਰਾਊਨ ਦਾ ਰੂਲ ਰਿਹਾ, ਠੀਕ ਹੈ। ਤਾਂ ਇਸ ਜਿਹੜਾ ਸਮਾਂ ਸੀ, ਵੇਰੀਅਸ ਚਾਰਟਰਸ ਐਂਡ ਐਕਟਸ ਹੈਜ਼ ਬੀਨ ਐਨੈਕਟਡ ਇਨ ਅਬਵ ਟਾਈਮਸ। ਤਾਂ ਇਹ ਸਮੇਂ ਦੌਰਾਨ ਕਾਫੀ ਚਾਰਟਰ ਅਤੇ ਐਕਟਸ ਅਨੈਕਟ ਹੋਏ। ਅਸੀਂ ਅੱਜ ਉਹੀ ਡਿਸਕਸ ਕਰਨ ਜਾ ਰਹੇ ਹਾਂ ਅਤੇ ਉਹਨਾਂ ਦਾ ਸਾਡੇ ਕਨਸਟੀਟਿਊਸ਼ਨ 'ਤੇ ਅੱਗੇ ਕੀ ਇੰਪੈਕਟ ਪਿਆ ਸੀ ਉਹ ਨਾਲ ਹੀ ਡਿਸਕਸ ਕਰਦੇ ਰਹਾਂਗੇ। ਹਾਂਜੀ, ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਐਕਟਸ ਐਂਡ ਚਾਰਟਰਸ ਡਿਊਰਿੰਗ ਕੰਪਨੀ ਰੂਲ। ਕੰਪਨੀ ਦਾ ਰੂਲ, ਜਦੋਂ ਈਸਟ ਇੰਡੀਆ ਕੰਪਨੀ ਰੂਲ ਕਰ ਰਹੀ ਸੀ ਉਸ ਦੌਰਾਨ ਕਿਹੜੇ ਐਕਟਸ ਆਏ। ਸਭ ਤੋਂ ਪਹਿਲਾਂ ਆਇਆ ਸੀ ਜੀ ਰੈਗੂਲੇਟਿੰਗ ਐਕਟ ਆਫ 1773।
ਇਹ ਫਸਟ ਕੌਂਸਟੀਟਿਊਸ਼ਨਲ ਸਟੈਪ ਮੰਨਿਆ ਜਾਂਦਾ ਟੇਕਨ ਬਾਈ ਬ੍ਰਿਟਿਸ਼ ਗਵਰਨਮੈਂਟ ਟੂ ਕੰਟਰੋਲ ਐਂਡ ਰੈਗੂਲੇਟ ਦਾ ਅਫੇਅਰਸ ਆਫ ਈਸਟ ਇੰਡੀਆ ਕੰਪਨੀ। ਇਹ ਬ੍ਰਿਟਿਸ਼ ਗਵਰਨਮੈਂਟ ਦੁਆਰਾ ਪਹਿਲਾ ਮਤਲਬ ਕਿ ਕੌਂਸਟੀਟਿਊਸ਼ਨਲ ਸਟੈਪ ਮੰਨਿਆ ਜਾਂਦਾ। ਇੱਥੋਂ ਦਾ ਮਿਲਟਰੀ, ਇੱਥੋਂ ਦੇ ਰੈਵਨਿਊ, ਇੱਥੋਂ ਸਿਵਿਕ ਰਾਈਟਸ ਨੂੰ ਕੰਟਰੋਲ ਕਰਨ ਲਈ ਪਹਿਲਾ ਜਿਹੜਾ ਬ੍ਰਿਟਿਸ਼ ਦੁਆਰਾ ਸਟੈਪ ਚੱਕਿਆ ਗਿਆ ਸੀ ਕੰਟਰੋਲ ਤੇ ਰੈਗੂਲੇਟ ਕਰਨ ਨੂੰ, ਜਿਹੜੀ ਈਸਟ ਇੰਡੀਆ ਕੰਪਨੀ ਆਪਣੇ ਅਫੇਅਰ ਚਲਾ ਰਹੀ ਸੀ, ਉਹਦੇ ਲਈ ਇਹ ਸਟੈਪ ਪਹਿਲਾ ਰੈਗੂਲੇਟਿੰਗ ਐਕਟ ਮੰਨਿਆ ਜਾਂਦਾ। ਇਹਦੇ ਦੌਰਾਨ ਕੀ ਕੀ ਕੀਤਾ ਗਿਆ? ਇਸ ਦੌਰਾਨ ਸਭ ਤੋਂ ਪਹਿਲਾਂ ਗਵਰਨਰ ਜਨਰਲ ਆਫ ਬੰਗਾਲ ਇੱਕ ਡੈਜ਼ਿਗਨੇਟ ਕੀਤਾ ਗਿਆ। ਐਕਚੁਅਲੀ ਬੰਗਾਲ ਦੇ ਵਿੱਚ ਹੀ ਬੇਸਿਕ ਸੈਟਅਪ ਕੀਤਾ ਸੀ ਕੰਪਨੀ ਨੇ, ਤਾਂ ਬੰਗਾਲ ਤੋਂ ਹੀ ਉਹ ਸਾਰਾ ਆਪਣਾ ਸਿਸਟਮ ਚਲਾਉਂਦੇ ਸੀ। ਬੰਗਾਲ ਸੀ, ਮਦਰਾਸ ਸੀ, ਠੀਕ ਹੈ। ਤਾਂ ਬੰਗਾਲ ਦੇ ਵਿੱਚ ਉਹਨਾਂ ਨੇ ਕੀ ਪੋਸਟ ਇੱਕ ਡੈਜ਼ਿਗਨੇਟ ਕਰਤੀ, ਗਵਰਨਰ ਜਨਰਲ ਆਫ ਬੰਗਾਲ। ਤਾਂ ਇਹ ਪਹਿਲਾ ਇਹਦੇ ਵਿੱਚ ਕੁਐਸਚਨ ਬਣ ਸਕਦਾ ਵੀ ਗਵਰਨਰ ਜਨਰਲ ਆਫ ਬੰਗਾਲ ਫਸਟ ਕੌਣ ਸੀ? ਹਾਲਾਂਕਿ ਕਾਫੀ ਵਾਰ ਪੁੱਛਿਆ ਵੀ ਜਾ ਚੁੱਕਿਆ ਹੈ, ਸਟਿਲ ਗਵਰਨਮੈਂਟ ਜੋ ਸਟੇਟ ਦੇ ਐਗਜ਼ਾਮਸ ਨੇ ਉਹਦੇ ਵਿੱਚ ਹਾਲੇ ਵੀ ਪੁੱਛਿਆ ਜਾ ਰਿਹਾ। ਤਾਂ ਫਸਟ ਗਵਰਨਰ ਜਨਰਲ ਆਫ ਬੰਗਾਲ ਕੌਣ ਸੀ? ਲਾਰਡ ਵਾਰਨ ਹੈਸਟਿੰਗਸ। ਤੇ ਇਸ ਦੌਰਾਨ ਹੀ ਰੈਗੂਲੇਟਿੰਗ ਐਕਟ ਦੌਰਾਨ ਹੀ ਪਹਿਲੀ ਵਾਰੀ ਸੁਪਰੀਮ ਕੋਰਟ ਐਸਟੈਬਲਿਸ਼ ਕੀਤੀ ਗਈ। ਕਿੱਥੇ? ਕੈਲਕਟਾ ਦੇ ਵਿੱਚ 1774 ਦੇ ਵਿੱਚ। ਇਹਦੇ ਵਿੱਚ ਕੀ ਸੀ? 1+3, 1 ਚੀਫ ਜਸਟਿਸ ਹੋਏਗਾ +3 ਅਦਰ ਜਸਟਿਸ, ਅਦਰ ਜੱਜਿਸ ਹੋਣਗੇ। 1+3 ਇਹਦੇ ਵਿੱਚ ਇਹ ਕੁਐਸਚਨ ਕਈ ਵਾਰੀ ਆ ਸਕਦਾ ਵੀ ਫਸਟ ਜਿਹੜੀ ਸੁਪਰੀਮ ਕੋਰਟ ਐਸਟੈਬਲਿਸ਼ ਹੋਈ ਸੀ ਕੈਲਕਟਾ 'ਚ ਹੋਈ ਸੀ। ਕਦੋਂ ਹੋਈ ਸੀ? 1774 'ਚ ਹੋਈ ਸੀ। ਤੇ ਜੱਜਿਸ ਕੌਣ ਕੌਣ ਸੀ? ਮਤਲਬ ਜੱਜਿਸ ਦੀ ਰੇਸ਼ੋ ਕੀ ਸੀ? 1+3 ਸੀ। ਤਾਂ ਇਸ ਦੌਰਾਨ ਇੱਕ ਕੋਰਟ ਆਫ ਡਾਇਰੈਕਟਰਸ ਦੀ ਨਿਯੁਕਤੀ ਆਉਂਦੀ ਹੈ। ਇਹ ਗੱਲ ਸਮਝਣ ਦੀ ਲੋੜ ਹੈ। ਕੋਰਟ ਆਫ ਡਾਇਰੈਕਟਰਸ ਬੇਸਿਕਲੀ ਕੀ ਸੀ? ਕੰਟਰੋਲਰ ਸੀ ਇੱਕ ਤਰ੍ਹਾਂ ਨਾਲ। ਕੋਰਟ ਆਫ ਡਾਇਰੈਕਟਰਸ ਗਵਰਨਮੈਂਟ ਦੇ ਹੀ ਇੱਕ ਤਰ੍ਹਾਂ ਨਾਲ ਗਵਰਨਿੰਗ ਬਾਡੀ ਆਫ ਦਾ ਕੰਪਨੀ ਸੀ, ਠੀਕ ਹੈ। ਟੂ ਰਿਪੋਰਟ ਔਨ ਇਟਸ ਰੈਵਨਿਊ, ਸਿਵਲ, ਮਿਲਟਰੀ ਅਫੇਅਰ ਜਿਹੜੇ ਉਹਨਾਂ ਦੀ ਰਿਪੋਰਟ ਕਰਦੇ ਸੀ। ਤਾਂ ਉਹਦੇ ਲਈ ਉਹਨਾਂ ਨੇ ਕੀ ਬਣਾਤਾ? ਕੋਰਟ ਆਫ ਡਾਇਰੈਕਟਰਸ ਬਣਾਤੇ। ਇਹ ਸਾਰੇ ਜੀ ਰੈਗੂਲੇਟਿੰਗ ਐਕਟ 1773 'ਚ ਹੋਏ। ਇਸ ਤੋਂ ਬਾਅਦ ਮੀਨਵਾਈਲ ਇੱਥੇ ਲਿਖਿਆ ਨਹੀਂ ਹੋਇਆ, ਬਟ ਮੀਨਵਾਈਲ 1781 'ਚ ਕੀ ਹੁੰਦਾ ਹੈ? ਇੱਕ ਐਕਟ ਆਫ ਸੈਟਲਮੈਂਟ ਆਉਂਦਾ ਹੈ। ਉਹਨੂੰ 1781 ਅਲੱਗ ਤੋਂ ਲਿਖ ਲਿਓ। ਐਕਟ ਆਫ ਸੈਟਲਮੈਂਟ ਸੀ, ਉਹਦੇ 'ਚ ਕੁਛ ਨਹੀਂ ਸੀ, ਉਹਦੇ 'ਚ ਕੁਛ ਨਾ ਕੁਛ 1773 ਦੇ ਰਿਲੇਟਡ ਚੇਂਜਸ ਕੀਤੀਆਂ ਹੋਈਆਂ ਸੀ। ਬਟ ਇਸ ਤੋਂ ਬਾਅਦ ਜਿਹੜਾ ਮੇਜਰ ਐਕਟ ਆਉਂਦਾ ਉਹ ਹੁੰਦਾ ਪਿਟਸ ਇੰਡੀਆ ਐਕਟ ਆਫ 1784। ਇਹਦੇ ਵਿੱਚ ਕੀ ਹੁੰਦਾ ਜੀ? ਇਹਦੇ 'ਚ ਡਿਸਟਿੰਗੁਇਸ਼ਡ ਬਿਟਵੀਨ ਕਮਰਸ਼ੀਅਲ ਐਂਡ ਪੋਲੀਟੀਕਲ ਫੰਕਸ਼ਨ ਆਫ ਦਾ ਕੰਪਨੀ। ਹੁਣ ਜਿਹੜੀ ਕੰਪਨੀ ਸੀ ਉਹਦੇ ਕਮਰਸ਼ੀਅਲ ਫੰਕਸ਼ਨ ਜਿਹੜੀ ਉਹ ਆਪਣਾ ਕਮਰਸ ਨਾਲ ਰਿਲੇਟ ਕਰਦੀ ਹੈ, ਆਪਣੇ ਜੋ ਵੀ ਉਹ ਟਰੇਡ ਕਰਦੀ ਹੈ ਉਹਨੂੰ ਅਲੱਗ ਸੈਪਰੇਟ ਕਰਤਾ। ਪਲੱਸ ਪੋਲੀਟੀਕਲ ਫੰਕਸ਼ਨ ਸੀ ਜਿਹੜੇ ਉਹ ਜਿਹੜਾ ਇੱਥੋਂ ਦਾ ਕੰਟਰੋਲ ਕਰਦੀ ਸੀ ਉਹਨੂੰ ਸੈਪਰੇਟ ਕਰਤਾ, ਇਹਨੂੰ ਡਿਸਟਿੰਗੁਇਸ਼ ਕਰਤਾ ਇਹਦੇ ਵਿੱਚ ਪਿਟਸ ਐਕਟ ਦੇ ਵਿੱਚ। ਸੈਕਿੰਡ, ਜਿਹੜੀ ਕੋਰਟ ਆਫ ਡਾਇਰੈਕਟਰ ਸੀ, ਹੁਣ ਪਹਿਲਾਂ ਕੋਰਟ ਆਫ ਡਾਇਰੈਕਟਰਸ ਸਿਰਫ ਕਿਸੇ ਇੱਕ ਗਵਰਨਿੰਗ ਬਾਡੀ ਸੀ ਜਿਹੜੀ ਜਸਟ ਕੰਟਰੋਲ ਰੈਗੂਲੇਟ ਕਰਦੀ ਸੀ, ਪਰ ਹੁਣ ਉਹਨੂੰ ਕੀ ਕੀਤਾ? ਮੈਨੇਜ ਕਮਰਸ਼ੀਅਲ ਅਫੇਅਰ। ਜਿਹੜੀ ਕਮਰਸ਼ੀਅਲ ਅਫੇਅਰ ਸੀ ਉਹ ਕੋਰਟ ਆਫ ਡਾਇਰੈਕਟਰਸ ਨੂੰ ਅਲਾਉ ਕਰਤਾ ਵੀ ਜਿਹੜੇ ਕਮਰਸ਼ੀਅਲ ਅਫੇਅਰ ਨੇ ਕੰਪਨੀ ਦੇ ਉਹ ਕੋਰਟ ਆਫ ਡਾਇਰੈਕਟਰਸ ਨੇ ਉਹ ਮੈਨੇਜ ਕਰਨਗੇ। ਪਹਿਲੀ ਗੱਲ। ਇਸ ਤੋਂ ਬਾਅਦ ਇੱਕ ਨਿਊ ਬਾਡੀ ਬਣਾ ਦਿੱਤੀ ਗਈ, ਉਹਦਾ ਨਾਮ ਕੀ ਰੱਖਿਆ ਗਿਆ? ਬੋਰਡ ਆਫ ਕੰਟਰੋਲ। ਤਾਂ ਇੱਕ ਕਮਰਸ਼ੀਅਲ ਅਫੇਅਰ ਸੀ ਉਹ ਕੌਣ ਦੇਖੇਗਾ ਜੀ? ਕੋਰਟ ਆਫ ਡਾਇਰੈਕਟਰ। ਇੱਕ ਨਵੀਂ ਬਾਡੀ ਬਣਾਤੀ ਬੋਰਡ ਆਫ ਕੰਟਰੋਲ। ਉਹ ਕਿਹੜੇ ਅਫੇਅਰਸ ਦੇਖੇਗੀ ਜੀ? ਪੋਲੀਟੀਕਲ ਅਫੇਅਰਸ। ਕਿਉਂਕਿ ਪੋਲੀਟੀਕਲੀ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਅਫੇਅਰਸ ਨੇ ਤਾਂ ਉਹ ਪੋਲੀਟੀਕਲੀ ਅਫੇਅਰਸ ਨੇ, ਉਹ ਬੋਰਡ ਆਫ ਕੰਟਰੋਲ ਦੇਖੇਗੀ। ਤਾਂ ਇਹਦੇ ਵਿੱਚ ਕੀ ਹੋਇਆ? ਬੇਸਿਕਲੀ ਡਿਊਲ ਗਵਰਨਮੈਂਟ ਐਸਟੈਬਲਿਸ਼ ਕਰ ਦਿੱਤੀ ਗਈ। ਐਸਟੈਬਲਿਸ਼ਮੈਂਟ ਆਫ ਏ ਡਿਊਲ ਗਵਰਨਮੈਂਟ। ਤਾਂ ਇਹ ਬਹੁਤ ਜ਼ਰੂਰੀ ਹੈ ਵੀ ਇਹ ਐਕਟ ਦੇ ਵਿੱਚ ਆ ਸਕਦਾ ਵੀ ਡਿਊਲ ਗਵਰਨਮੈਂਟ ਦੀ ਐਸਟੈਬਲਿਸ਼ਮੈਂਟ ਕਿਹੜੇ ਐਕਟ ਰਾਹੀਂ ਕੀਤੀ ਗਈ ਸੀ? ਪਿਟਸ ਇੰਡੀਆ ਐਕਟ ਆਫ 1784। ਤਾਂ ਇਸ ਦੌਰਾਨ COD ਨੂੰ ਕੀ ਕਦ ਲਈ ਅਲਾਉ ਕੀਤਾ ਸੀ ਤੇ ਨਿਊ ਬਾਡੀ ਕਿਹੜੀ ਗਠਿਤ ਕੀਤੀ ਗਈ ਸੀ। ਤੇ ਇਸ ਐਕਟ ਦੇ ਰਾਹੀਂ ਹੀ ਪਹਿਲੀ ਵਾਰੀ ਹੋਇਆ ਸੀ ਵੀ ਜਿਹੜੀਆਂ ਕੰਪਨੀ ਦੀਆਂ ਟੈਰੀਟਰੀਜ਼ ਸੀਗੀਆਂ ਉਹਨੂੰ ਬ੍ਰਿਟਿਸ਼ ਪੋਜੈਸ਼ਨਸ ਇਨ ਇੰਡੀਆ ਦੇ ਨਾਂ ਨਾਲ ਵੀ ਜਾਣਿਆ ਜਾਣ ਲੱਗਿਆ। ਤੇ ਇਸੇ ਦੌਰਾਨ ਹੀ ਬ੍ਰਿਟਿਸ਼ ਗਵਰਨਮੈਂਟ ਹੈਜ਼ ਗਿਵਨ ਸੁਪਰੀਮ ਕੰਟਰੋਲ ਓਵਰ ਕੰਪਨੀ ਅਫੇਅਰਸ। ਇੱਕ ਤਰ੍ਹਾਂ ਨਾਲ ਜਿਹੜਾ ਕੰਪਨੀ ਦੇ ਅਫੇਅਰਸ ਜੋ ਕੰਪਨੀ ਡੀਲ ਕਰਦੀ ਸੀ ਉਹਦੇ 'ਤੇ ਇੱਕ ਤਰ੍ਹਾਂ ਨਾਲ ਬ੍ਰਿਟਿਸ਼ ਗਵਰਨਮੈਂਟ ਦਾ ਸੁਪਰੀਮ ਕੰਟਰੋਲ ਆਉਣ ਲੱਗ ਗਿਆ ਸੀ। ਠੀਕ ਹੈ ਜੀ। ਨੈਕਸਟ, ਕੰਪਨੀ ਰੂਲ ਦੇ ਦੌਰਾਨ ਹੀ ਇੱਕ ਐਕਟ ਆਉਂਦਾ ਹੈ ਚਾਰਟਰ ਐਕਟ ਆਫ 1833। ਇਸ ਦੌਰਾਨ ਕੀ ਕੀਤਾ ਜਾਂਦਾ ਹੈ? ਇਸ ਦੌਰਾਨ ਬੇਸਿਕਲੀ ਸੈਂਟਰਲਾਈਜੇਸ਼ਨ ਆਫ ਪਾਵਰ ਦੀ ਗੱਲ ਹੁੰਦੀ ਹੈ। ਸੈਂਟਰਲਾਈਜੇਸ਼ਨ ਆਫ ਪਾਵਰ ਕੀ ਹੈ? ਗਵਰਨਰ ਜਨਰਲ ਆਫ
ਜਿਵੇਂ ਇੰਡੀਆ ਹੈ ਉਸੇ ਤਰ੍ਹਾਂ ਗਵਰਨਰ ਜਨਰਲ ਪਹਿਲਾਂ ਗਵਰਨਰ ਜਨਰਲ ਆਫ ਬੰਗਾਲ ਹੁੰਦਾ ਸੀਗਾ। ਇਸ ਤੋਂ ਪਹਿਲਾਂ 1833 ਤੋਂ ਪਹਿਲਾਂ ਗਵਰਨਰ ਜਨਰਲ ਆਫ ਬੰਗਾਲ ਹੁੰਦਾ ਸੀ। ਤਾਂ ਉਹ ਗਵਰਨਰ ਜਨਰਲ ਆਫ ਬੰਗਾਲ ਦੇ ਜਿਹੜੇ ਅਫੇਅਰ ਸੀ ਉਹ ਗਵਰਨਰ ਜਨਰਲ ਆਫ ਬੰਗਾਲ ਅਲੱਗ ਕਰਦਾ ਸੀ, ਗਵਰਨਰ ਜਨਰਲ ਆਫ ਬੰਬੇ ਅਲੱਗ ਕਰਦਾ ਸੀ, ਗਵਰਨਰ ਜਨਰਲ ਆਫ ਮਦਰਾਸ ਅਲੱਗ ਸੀ। ਮਤਲਬ ਉਹ ਆਪਣੇ ਅਲੱਗ-ਅਲੱਗ ਅਫੇਅਰ ਡੀਲ ਕਰਦੇ ਸੀ। ਪਰ ਇੱਥੇ ਕੀ ਹੋਇਆ, ਇੱਕ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਹੈ ਉਹਨੂੰ ਹੀ ਐਜ਼ ਏ ਗਵਰਨਰ ਜਨਰਲ ਆਫ ਇੰਡੀਆ ਡੈਜ਼ੀਗਨੇਟ ਕਰ ਦਿੱਤਾ ਗਿਆ ਅਤੇ ਸਾਰੀਆਂ ਸਿਵਲ ਅਤੇ ਮਿਲਟਰੀ ਪਾਵਰਸ ਨੇ ਉਹਨੂੰ ਦੇ ਦਿੱਤੀਆਂ ਗਈਆਂ। ਈਵਨ ਕਿ ਜਿਹੜਾ ਮਦਰਾਸ ਹੈ ਅਤੇ ਜਿਹੜਾ ਆਪਣਾ ਬੰਬੇ ਹੈ ਉਹ ਜਿਹੜੀਆਂ ਪ੍ਰੈਜ਼ੀਡੈਂਸੀਜ਼ ਨੇ ਉਹ ਵੀ ਜਿਹੜਾ ਡੀਲ ਕਰੇਗਾ ਗਵਰਨਰ ਜਨਰਲ ਆਫ ਇੰਡੀਆ ਮੀਨਸ ਜਿਹੜਾ ਬੰਗਾਲ ਦੇ ਵਿੱਚ ਬੈਠਾ ਗਵਰਨਰ ਜਨਰਲ ਉਹੀ ਡੀਲ ਕਰੇਗਾ। ਉਹਨਾਂ ਦੀ ਜਿਹੜੀ ਪਾਵਰ ਸੀ ਉਹਦੀ ਸੈਂਟਰਲਾਈਜੇਸ਼ਨ ਕਿੱਥੇ ਹੋ ਗਈ, ਬੰਗਾਲ ਦੇ ਵਿੱਚ ਇੱਕ ਥਾਂ 'ਤੇ ਹੋ ਗਈ। ਉਹਨੂੰ ਗਵਰਨਰ ਜਨਰਲ ਆਫ ਇੰਡੀਆ ਕਿਹਾ ਜਾਣ ਲੱਗਿਆ। ਉਹਦਾ ਜਿਹੜਾ ਆਪਣਾ ਫਸਟ ਗਵਰਨਰ ਜਨਰਲ ਆਫ ਇੰਡੀਆ ਬਣਿਆ ਲਾਰਡ ਵਿਲੀਅਮ ਬੈਂਟਿਕ। ਠੀਕ ਹੈ, ਤਾਂ ਇਹ ਫਸਟ ਗਵਰਨਰ ਜਨਰਲ ਆਫ ਬੰਗਾਲ ਸੀ ਜਿਹੜਾ ਉਹ ਸੀ ਵੈਰਨ ਹੈਸਟਿੰਗ। ਜੇ ਪੁੱਛ ਲੈਂਦੇ ਨੇ ਗਵਰਨਰ ਜਨਰਲ ਆਫ ਇੰਡੀਆ ਤਾਂ ਉਹ ਸੀ ਜੀ ਲਾਰਡ ਵਿਲੀਅਮ ਬੈਂਟਿਕ। ਨੈਕਸਟ ਹੁਣ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹਨੂੰ ਐਜ ਏ ਕਮਰਸ਼ੀਅਲੀ ਬੋਡੀ ਬਿਲਕੁਲ ਹੀ ਮਤਲਬ ਉਹਨੂੰ ਐਂਡ ਕਰ ਦਿੱਤਾ ਗਿਆ। ਕਮਰਸ਼ੀਅਲੀ ਬੋਡੀ ਡੀਲ ਨਹੀਂ ਕਰੇਗੀ, ਉਹ ਸਿਰਫ ਐਡਮਿਨਿਸਟ੍ਰੇਟਿਵ ਬੋਡੀ ਰਹਿ ਗਈ ਸੀ। ਇਸ ਤੋਂ ਬਾਅਦ ਉਹਨੂੰ ਕਮਰਸ਼ੀਅਲੀ ਸੀ ਜਿਹੜਾ ਈਸਟ ਇੰਡੀਆ ਕੰਪਨੀ ਦਾ ਮਤਲਬ ਹੌਲੀ ਹੌਲੀ ਜਿਹੜਾ ਭਾਰ ਸੀ ਈਸਟ ਇੰਡੀਆ ਕੰਪਨੀ ਦਾ ਉਹ ਹਟਾਉਣ ਲੱਗ ਗਏ ਸੀ ਅਤੇ ਬ੍ਰਿਟਿਸ਼ ਗਵਰਨਮੈਂਟ ਆਪਣਾ ਰੂਲ ਇੱਕ ਤਰ੍ਹਾਂ ਨਾਲ ਡਾਇਰੈਕਟਲੀ ਇਨਵੋਲਵ ਕਰਨ ਲੱਗ ਗਈ ਸੀ। ਇਸ ਤੋਂ ਬਾਅਦ ਓਪਨ ਕੰਪੀਟੀਸ਼ਨ ਫॉर ਸਿਲੈਕਸ਼ਨ ਆਫ ਸਿਵਲ ਸਰਵੈਂਟਸ। ਜਿਹੜੇ ਸਿਵਲ ਸਰਵੈਂਟਸ ਨੇ ਤਾਂ ਉਹਨਾਂ ਲਈ ਇੱਕ ਤਰ੍ਹਾਂ ਨਾਲ ਓਪਨ ਕੰਪੀਟੀਸ਼ਨ ਇੱਕ ਓਪਨ ਕੰਪੀਟੀਸ਼ਨ ਹੋਏਗਾ ਫॉर ਦਾ ਰਿਕਰੂਟਮੈਂਟ ਐਂਡ ਸਿਲੈਕਸ਼ਨ ਆਫ ਸਿਵਲ ਸਰਵੈਂਟਸ। ਹੁਣ ਇੱਥੇ ਕੁਐਸਚਨ ਉੱਠਦਾ ਕਿ ਇੰਡੀਅਨਸ ਅਲਾਓ ਕੀਤੇ ਗਏ ਸੀ ਇਹਦੇ 'ਚ? ਬਿਲਕੁਲ ਜੀ, ਪਹਿਲਾਂ ਇਹਦੇ 'ਚ ਇੰਡੀਅਨਸ ਅਲਾਓ ਕੀਤੇ ਗਏ ਸੀ ਚਾਰਟਰ ਐਕਟ 1833 ਦੇ ਵਿੱਚ। ਪਰ ਲੇਟਰ ਆਉਣ ਜਦੋਂ ਇਹਦੇ ਵਿੱਚ ਨਾ ਵਿਰੋਧ ਹੋਇਆ ਤਾਂ ਕੋਰਟ ਆਫ ਡਾਇਰੈਕਟਰਸ ਨੇ ਇਹਨੂੰ ਅਪੋਜ਼ ਕੀਤਾ। ਤਾਂ ਆਫਟਰ ਦੈਟ ਉਹਨੂੰ ਜਿਹੜੀ ਟਰਮ ਸੀ ਉਹਨੂੰ ਨਿਗੇਟ ਕਰ ਦਿੱਤਾ ਗਿਆ ਸੀ, ਉਹਨੂੰ ਹਟਾ ਦਿੱਤਾ ਗਿਆ ਸੀ। ਤਾਂ ਇਹਦੇ ਵਿੱਚ ਇੰਡੀਅਨਸ ਨੂੰ ਇਨਵੋਲਵ ਨਹੀਂ ਕੀਤਾ ਗਿਆ ਸੀ। ਉਹਨੂੰ ਅਸੀਂ ਅੱਗੇ ਡਿਸਕਸ ਕਰਾਂਗੇ ਵੀ ਕਦੋਂ ਕੀਤਾ ਗਿਆ ਸੀ। ਤਾਂ ਨੈਕਸਟ ਇਸ ਤੋਂ ਬਾਅਦ ਇੱਕ ਬੜਾ ਕੌਂਸਟੀਟਿਊਸ਼ਨਲ ਲੈਂਡਮਾਰਕ ਹੈ ਕੰਪਨੀ ਦੇ ਰੂਲ ਦੌਰਾਨ ਹੀ। ਇਹ ਐਕਟ ਨੇ ਜਿਹੜੇ ਇਹ ਮੋਸਟਲੀ 20 ਸਾਲ ਬਾਅਦ ਆਏ ਨੇ। ਜਿਵੇਂ 1793 'ਚ ਆਏ ਸੀ, ਉਸ ਤੋਂ 40 ਸਾਲ ਬਾਅਦ ਆਇਆ 1833 'ਚ, ਫਿਰ ਹੁਣ 1853 'ਚ ਆਇਆ ਚਾਰਟਰ ਐਕਟ ਆਫ 1853। ਇਹਨੂੰ ਕੌਂਸਟੀਟਿਊਸ਼ਨਲ ਲੈਂਡਮਾਰਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਇਸ ਦੌਰਾਨ ਕੀ ਹੁੰਦਾ ਹੈ, ਸੈਪਰੇਟਿਡ ਲੈਜਿਸਲੇਟਿਵ ਐਂਡ ਐਗਜ਼ੀਕਿਊਟਿਵ ਫੰਕਸ਼ਨ ਆਫ ਗਵਰਨਰ ਜਨਰਲਸ ਕੌਂਸਲ। ਹੁਣ ਗਵਰਨਰ ਜਨਰਲ ਸੀ ਜਿਹੜਾ ਗਵਰਨਰ ਜਨਰਲ ਆਫ ਇੰਡੀਆ ਸੀ, ਉਹਦੀ ਇੱਕ ਕੌਂਸਲ ਹੁੰਦੀ ਸੀ। ਉਹਦੀ ਬੇਸਿਕਲੀ ਜਿਹੜੇ ਲੈਜਿਸਲੇਟਿਵ ਫੰਕਸ਼ਨ ਅਤੇ ਐਗਜ਼ੀਕਿਊਟਿਵ ਫੰਕਸ਼ਨਸ ਨੇ ਉਹਨੂੰ ਸੈਪਰੇਟ ਕਰ ਦਿੱਤਾ ਗਿਆ ਵੀ ਉਹ ਲੈਜਿਸਲੇਟਿਵ ਦੇ ਜਿਹੜੇ ਅਲੱਗ ਫੰਕਸ਼ਨ ਕਰਨਗੇ, ਐਗਜ਼ੀਕਿਊਟਿਵ ਦੇ ਅਲੱਗ ਕਰਨਗੇ। ਇਹਦੇ ਵਿੱਚ 6 ਨਿਊ ਮੈਂਬਰਸ ਐਡ ਕੀਤੇ ਗਏ। ਲੈਜਿਸਲੇਟਿਵ ਕਾਉਂਸਲਰਸ ਦੀ ਕੌਂਸਲ ਦੇ ਵਿੱਚ 6 ਨਿਊ ਮੈਂਬਰਸ ਐਡ ਕੀਤੇ ਗਏ। ਉਹਨਾਂ ਨੂੰ ਸੈਪਰੇਟ ਲੈਜਿਸਲੇਟਿਵ ਕੌਂਸਲ ਕਿਹਾ ਗਿਆ ਜਾਂ ਇੰਡੀਅਨ ਲੈਜਿਸਲੇਟਿਵ ਕੌਂਸਲ ਕਿਹਾ ਗਿਆ। ਠੀਕ ਹੈ ਜੀ, ਇਹਦੇ ਵਿੱਚ ਬੜਾ ਇੰਪੋਰਟੈਂਟ ਹੈ ਵੀ ਉਹ ਸੈਪਰੇਟ ਜਿਹੜੀ ਲੈਜਿਸਲੇਟਿਵ ਕੌਂਸਲ ਹੈ ਅਤੇ ਇੰਡੀਅਨ ਲੈਜਿਸਲੇਟਿਵ ਪਹਿਲੀ ਵਾਰ ਇੰਡੀਅਨ ਲੈਜਿਸਲੇਟਿਵ ਕੌਂਸਲ ਕਿਹਾ ਗਿਆ। ਉਹ 6 ਨਿਊ ਮੈਂਬਰਸ ਐਡ ਕੀਤੇ ਗਏ ਸੀ। ਇਸੇ ਦੌਰਾਨ ਹੀ ਓਪਨ ਕੰਪੀਟੀਸ਼ਨ ਸਿਸਟਮ ਵੀ ਇਸ ਐਕਟ ਰਾਹੀਂ ਐਡ ਕੀਤਾ ਗਿਆ। ਓਪਨ ਕੰਪੀਟੀਸ਼ਨ ਸਿਸਟਮ ਫॉर ਦਾ ਰਿਕਰੂਟਮੈਂਟ ਐਂਡ ਸਿਲੈਕਸ਼ਨ ਆਫ ਦਾ ਸਿਵਲ ਸਰਵੈਂਟਸ। ਠੀਕ ਹੈ, ਇਹਦੇ ਵਿੱਚ ਇੰਡੀਅਨਸ ਵੀ ਅਲਾਓ ਕੀਤੇ ਗਏ। ਠੀਕ ਹੈ, ਇਹਨੂੰ ਮੈਕਲੇ ਕਮੇਟੀ ਸੀ 1854 ਦੇ ਵਿੱਚ ਫॉर ਦਾ ਰਿਕਰੂਟਮੈਂਟ ਕਮੇਟੀ ਔਨ ਦਾ ਇੰਡੀਅਨ ਸਿਵਲ ਸਰਵਿਸਿਜ਼ ਬਾਰੇ ਕਮੇਟੀ ਗਠਿਤ ਕੀਤੀ ਗਈ ਸੀ। ਫਸਟ ਟਾਈਮ ਜਿਹੜੀ ਹੈ ਲੋਕਲ ਰਿਪਰੈਜ਼ੈਂਟੇਸ਼ਨ ਦਿੱਤੀ ਗਈ। ਫਸਟ ਟਾਈਮ ਜਿਹੜੀ ਇਹ ਆਪਣੀ ਕਾਉਂਸਲ ਸੀ ਉਹਦੇ ਵਿੱਚ ਜਿਹੜੀ ਇੰਡੀਅਨਸ ਨੂੰ ਵੀ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਅਤੇ 6 ਮੈਂਬਰਸ ਇੰਡੀਆ ਦੇ ਇਹਦੇ ਵਿੱਚ ਲਏ ਗਏ ਸੀ। ਇਸ ਤੋਂ ਬਾਅਦ ਕੀ ਹੁੰਦਾ, ਹੁਣ 1853 'ਚ ਇਹ ਆਉਂਦਾ। ਇਸ ਤੋਂ ਬਾਅਦ 1857 ਦੇ ਵਿੱਚ ਜੀ ਰਿਵੋਲਟ ਹੋ ਜਾਂਦਾ। ਮੀਨ ਟਾਈਮ ਰਿਵੋਲਟ ਆਫ ਇੰਡੀਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਫਸਟ ਵਾਰ ਆਫ ਇੰਡੀਪੈਂਡੈਂਸ ਸੀ ਜੀ ਉਹ। ਤਾਂ ਉਸ ਮਿਊਟਨੀ ਹੋਈ ਸੀਗੀ, ਸਿਪਾਹੀ ਮਿਊਟਨੀ ਕਿਹਾ ਜਾਂਦਾ। ਤਾਂ ਉਸ ਦੌਰਾਨ ਕੀ ਹੁੰਦਾ ਵੀ ਬ੍ਰਿਟਿਸ਼ ਨੂੰ ਪਤਾ ਲੱਗ ਚੁੱਕਿਆ ਸੀ ਵੀ ਇਹ ਹੁਣ ਲੋਕ ਜਾਗ ਰਹੇ ਨੇ, ਤਾਂ ਉਹਨਾਂ ਨੇ ਵੀ ਸਾਨੂੰ ਕੁਛ ਨਾ ਕੁਛ ਚੇਂਜਸ ਕਰਨੀਆਂ ਪੈਣਗੀਆਂ। ਤਾਂ ਉਹਨਾਂ ਨੇ ਕੀ ਕੀਤਾ, ਇੱਕ ਨਵਾਂ ਮਤਲਬ 1857 ਤੋਂ ਵਿਦਨ ਨੈਕਸਟ ਈਅਰ ਉਹ ਲੈ ਕੇ ਆਉਂਦੇ ਨੇ ਗਵਰਨਮੈਂਟ ਆਫ ਇੰਡੀਆ ਐਕਟ। ਹੁਣ ਤੱਕ ਚਾਰਟਰ ਐਕਟ ਚੱਲੀ ਜਾਂਦੇ ਸੀ, ਹੁਣ ਆਇਆ ਗਵਰਨਮੈਂਟ ਆਫ ਇੰਡੀਆ ਐਕਟ 1858। ਠੀਕ ਹੈ, ਉਸ ਦੌਰਾਨ ਕੀ ਹੁੰਦਾ, ਇਹਨੂੰ ਕਿਹਾ ਜਾਂਦਾ ਐਕਟ ਫॉर ਗੁੱਡ ਗਵਰਨਮੈਂਟ ਆਫ ਇੰਡੀਆ। ਲੋਕਾਂ ਨੂੰ ਇੱਕ ਤਰ੍ਹਾਂ ਨਾਲ ਉਹ ਕਰਨ ਲਈ ਵੀ ਲੋਕ ਖੁਸ਼ ਕਰਨੇ ਆ ਅਸੀਂ, ਤਾਂ ਇੱਕ ਨਵਾਂ
ਐਕਟ ਲੈ ਕੇ ਆਉਂਦੇ ਨੇ, ਐਕਟ ਫॉर ਗੁੱਡ ਗਵਰਨਮੈਂਟ ਆਫ ਇੰਡੀਆ। ਇਹਦੇ 'ਚ ਬੇਸਿਕਲੀ ਸਭ ਤੋਂ ਪਹਿਲਾਂ ਤਾਂ ਜਿਹੜੀ ਈਸਟ ਇੰਡੀਆ ਕੰਪਨੀ ਦਾ ਰੂਲ ਸੀ ਉਹਨੂੰ ਅਬੋਲਿਸ਼ ਕਰ ਦਿੱਤਾ ਗਿਆ। ਸਾਰੀ ਜਿਹੜੀ ਪਾਵਰ ਸੀ ਉਹ ਟਰਾਂਸਫਰ ਕਰ ਦਿੱਤੀ ਗਈ ਬ੍ਰਿਟਿਸ਼ ਕਰਾਊਨ ਦੇ ਬਾਅਦ। ਬ੍ਰਿਟਿਸ਼ ਕਰਾਊਨ, ਹਰ ਮੈਜੈਸਟੀ, ਠੀਕ ਹੈ। ਤਾਂ ਜਿਹੜੀ ਬ੍ਰਿਟਿਸ਼ ਕਰਾਊਨ ਸੀ ਉਸ ਟਾਈਮ ਰਾਜਾ ਰਾਣੀ ਸੀ, ਉਹਦੇ ਅੰਡਰ ਸਾਰੀ ਪਾਵਰ ਹੈ ਜਿਹੜੀ ਉਹ ਟਰਾਂਸਫਰ ਕਰ ਦਿੱਤੀ ਗਈ। ਈਸਟ ਇੰਡੀਆ ਕੰਪਨੀ ਦਾ ਰੂਲ ਐਂਡ ਹੋ ਗਿਆ, ਪਹਿਲਾ ਕੁਐਸਚਨ। ਸੈਕਿੰਡ, ਇਸ ਤੋਂ ਬਾਅਦ ਜਿਹੜਾ ਗਵਰਨਰ ਜਨਰਲ ਆਫ ਇੰਡੀਆ ਸੀ ਉਹਨੂੰ ਹੁਣ ਵਾਇਸਰਾਏ ਆਫ ਇੰਡੀਆ ਦੇ ਨਾਂ ਨਾਲ ਜਾਣਿਆ ਜਾਣ ਲੱਗਾ, ਠੀਕ ਹੈ। ਤੇ ਪਹਿਲਾ ਵਾਇਸਰਾਏ ਆਫ ਇੰਡੀਆ ਕੌਣ ਬਣਿਆ? ਲਾਰਡ ਕੈਨਿੰਗ, ਠੀਕ ਹੈ। ਥਰਡ ਕੁਐਸਚਨ ਬਣ ਗਿਆ ਇਹਦੇ 'ਚੋਂ। ਫਸਟ ਵਾਇਸਰਾਏ ਆਫ ਇੰਡੀਆ ਕੌਣ ਸੀ? ਲਾਰਡ ਕੈਨਿੰਗ। ਹੁਣ ਇੱਥੇ ਨਾਲ ਦੀ ਨਾਲ ਕੀ ਹੋਇਆ? ਐਂਡਡ ਸਿਸਟਮ ਆਫ ਡਬਲ ਗਵਰਨਮੈਂਟ। ਜਿਹੜੀ ਡਬਲ ਗਵਰਨਮੈਂਟ ਪਹਿਲਾਂ COD, ਕੋਰਟ ਆਫ ਡਾਇਰੈਕਟਰਸ ਤੇ ਬੋਰਡ ਆਫ ਕਾਉਂਸਲ ਸੀ, ਬੋਰਡ ਆਫ ਕੰਟਰੋਲ ਸੀ, ਉਹਨੂੰ ਵੀ ਅਬੋਲਿਸ਼ ਕਰਤਾ, ਉਹਨੂੰ ਵੀ ਐਂਡ ਕਰਤਾ ਡਬਲ ਗਵਰਨਮੈਂਟ। ਇਸ ਦੇ ਨਾਲ ਹੀ ਇੱਕ ਨਿਊ ਆਫਿਸ ਬਣਾਇਆ ਗਿਆ, ਕ੍ਰੀਏਟਡ ਨਿਊ ਆਫਿਸ। ਹੂ ਇਜ਼ ਦੈਟ? ਹੀ ਇਜ਼ ਸੈਕਟਰੀ ਆਫ ਸਟੇਟ। ਹੁਣ ਸੈਕਟਰੀ ਆਫ ਸਟੇਟ ਬੇਸਿਕਲੀ ਕੌਣ ਸੀ? ਸੈਕਟਰੀ ਆਫ ਸਟੇਟ ਇੱਕ ਬ੍ਰਿਟਿਸ਼ ਕੈਬਨਿਟ ਦਾ ਇੱਕ ਮੈਂਬਰ ਹੁੰਦਾ ਸੀ। ਉਹ ਕੀ ਹੈ? ਉਹ ਲੇਖਾ ਜੋਖਾ ਦੇਖਦਾ ਸੀ। ਇੱਥੇ ਵਾਇਸਰਾਏ ਕੰਮ ਦੇਖਦੇ ਸੀ, ਉਹਨਾਂ ਦਾ ਲੇਖਾ ਜੋਖਾ ਦੇਖ ਕੇ ਬ੍ਰਿਟਿਸ਼ ਦੀ ਪਾਰਲੀਮੈਂਟ ਨੂੰ ਦਿੰਦਾ ਸੀਗਾ। ਬ੍ਰਿਟਿਸ਼ ਦੀ ਪਾਰਲੀਮੈਂਟ ਤੋਂ ਜੋ ਹੁੰਦੇ ਸੀ ਉਹ ਨੀਚੇ ਵਾਇਸਰਾਏ ਤੱਕ ਲੈ ਕੇ ਆਉਂਦਾ ਸੀ। ਮਤਲਬ ਉਹ ਇੱਕ ਤਰ੍ਹਾਂ ਦਾ ਇੰਟਰਮੀਡੀਏਟਰ ਸੀਗਾ। ਉਹ ਸੈਕਟਰੀ ਆਫ ਸਟੇਟ ਇੱਕ ਨਵਾਂ ਆਫਿਸ ਕ੍ਰੀਏਟ ਕੀਤਾ ਗਿਆ। ਉਹ ਬੇਸਿਕਲੀ 15 ਮੈਂਬਰਸ ਕਾਉਂਸਲ, ਇੱਕ ਉਹਦੇ ਐਡਵਾਈਜ਼ਰੀ ਬੋਡੀ ਦੇ ਤੌਰ 'ਤੇ ਉਹਦੇ ਨਾਲ ਕੰਮ ਕਰਦੀ ਸੀ, ਜਿਹੜੀ ਉਹਨੂੰ ਨਾਲ ਐਡਵਾਈਜ਼ ਕਰਦੀ ਸੀ। ਤਾਂ ਇਹ ਸੈਕਟਰੀ ਆਫ ਸਟੇਟ ਇੱਕ ਨਵੀਂ ਟਰਮ ਇਹਦੇ 'ਚ ਜੁੜ ਗਈ, ਇੱਕ ਵਾਇਸਰਾਏ, ਇੱਕ ਸੈਕਟਰੀ ਆਫ ਸਟੇਟ। ਉਸ ਤੋਂ 3 ਇਅਰਸ ਬਾਅਦ ਹੁਣ ਮਤਲਬ ਇਸ ਤੋਂ ਬਾਅਦ ਨਾ ਹੁਣ ਗਵਰਨਮੈਂਟ ਆਫ ਇੰਡੀਆ ਐਕਟ ਆ ਗਿਆ। ਇਸ ਤੋਂ ਬਾਅਦ ਨਾਲ ਹੋਰ ਰਿਫਾਰਮਸ, ਮਤਲਬ ਜਿਉਂ-ਜਿਉਂ ਲੋੜਾਂ ਪਈ ਗਈਆਂ ਵੀ ਹੋਰ ਸਾਨੂੰ ਕੀ ਰਿਫਾਰਮਸ ਦੀ ਲੋੜ ਆ, ਉਹ ਨਾਲ ਦੀ ਨਾਲ ਉਹ ਕਰੀ ਗਏ। ਮਤਲਬ ਉਹਨਾਂ ਨੇ ਆਪਣੇ ਤੌਰ 'ਤੇ ਵੀ ਜੋ ਉਹਨਾਂ ਦੇ ਬੈਨੀਫਿਟ 'ਚ ਸੀ ਬ੍ਰਿਟਿਸ਼ ਦੇ, ਉਹਨਾਂ ਨੇ ਉਹ ਚੀਜ਼ਾਂ ਕੀਤੀਆਂ। ਸਭ ਤੋਂ ਪਹਿਲਾਂ ਉਸ ਤੋਂ 3 ਸਾਲ ਬਾਅਦ ਜਸਟ 1858 ਤੋਂ 1861 'ਚ ਆਉਂਦਾ ਇੰਡੀਅਨ ਕਾਉਂਸਲ ਐਕਟ 1861। ਉਸ ਟਾਈਮ ਕੀ ਮੰਗ ਚੱਲਣ ਲੱਗੀ ਸੀ ਵੀ ਇੰਡੀਆ ਦੇ ਵਿੱਚ ਵੀ ਸਾਡੇ ਜਿਹੜੇ ਇੰਡੀਆ ਦੇ ਲੋਕ ਨੇ ਇਹਨਾਂ ਨੂੰ ਰਿਪਰੈਜ਼ੈਂਟੇਸ਼ਨ ਦਿਓ। ਤਾਂ ਵਾਇਸਰਾਏ ਨੇ ਕੀ ਕੀਤਾ ਉਹਦੇ 'ਚ, ਮਤਲਬ ਉਸ ਐਕਟ 'ਚ ਕੀ ਕੀਤਾ ਗਿਆ, ਉਹ 'ਚ ਲਿਖਿਆ ਗਿਆ ਵੀ ਵਾਇਸਰਾਏ ਸ਼ੁੱਡ ਨੋਮੀਨੇਟ ਇੰਡੀਅਨਸ ਐਜ਼ ਨਾਨ ਆਫੀਸ਼ੀਅਲ ਮੈਂਬਰਸ ਆਫ ਹਿਜ਼ ਐਕਸਪੈਂਡਡ ਕਾਉਂਸਲ। ਉਹਦੇ 'ਚ ਵੀ ਜਿਹੜਾ ਵਾਇਸਰਾਏ ਹੈ ਉਹ ਆਪਣੀ ਪਹਿਲਾਂ ਕੀ ਸੀ, ਜਿਹੜੀ ਐਗਜ਼ੀਕਿਊਟਿਵ ਕਾਉਂਸਲ ਆ, ਸੌਰੀ, ਇਹ ਆਪਣੀ ਜਿਹੜੀ ਐਗਜ਼ੀਕਿਊਟਿਵ ਕਾਉਂਸਲ ਦੇ ਵਿੱਚ ਪਹਿਲਾਂ ਉਹਦੇ ਮਤਲਬ ਕਿ ਜਿਹੜੇ ਇੰਡੀਅਨਸ ਉਹ ਨਹੀਂ ਰੱਖੇ ਜਾਂਦੇ ਸੀ। ਬਟ ਹੁਣ ਇਸ ਤੋਂ ਬਾਅਦ ਜਿਹੜੇ ਇੱਥੇ ਐਕਸਪੈਂਡਡ ਨਹੀਂ ਹੈ, ਐਗਜ਼ੀਕਿਊਟਿਵ ਹੈ, ਉਹ ਆਪਣੀ ਐਗਜ਼ੀਕਿਊਟਿਵ ਜਿਹੜੀ ਕਾਉਂਸਲ ਸੀ ਉਹਦੇ ਵਿੱਚ ਇੰਡੀਅਨਸ ਨੂੰ ਲੈਣ ਲੱਗ ਗਿਆ। ਪਹਿਲੀ ਗੱਲ ਨੋਮੀਨੇਟ ਕਰਨ ਲੱਗ ਗਿਆ। ਸੈਕਿੰਡ, ਇਹਦੇ ਵਿੱਚ ਡੀਸੈਂਟਰਲਾਈਜੇਸ਼ਨ ਹੋਈ। ਜਿਵੇਂ ਪਹਿਲਾਂ ਕੀ ਸੀ, ਸਾਰੀ ਪਾਵਰ ਕੀ ਆ ਗਈ ਸੀ, ਗਵਰਨਰ ਜਨਰਲ ਆਫ ਇੰਡੀਆ ਇੱਕ ਬੰਗਾਲ 'ਚ ਚਲੀ ਗਈ ਸੀ। ਜਿਹੜੀ ਬੰਬੇ ਅਤੇ ਮਦਰਾਸ ਦੇ ਜਿਹੜੀ ਪ੍ਰੈਜ਼ੀਡੈਂਸੀ ਸੀਗੀਆਂ, ਉੱਥੋਂ ਦੇ ਗਵਰਨਰ ਸੀ, ਉਹਨਾਂ ਦੀਆਂ ਪਾਵਰਸ ਇੱਕ ਤਰ੍ਹਾਂ ਨਾਲ ਨਲੀਫਾਈ ਕਰਤੀਆਂ ਸੀ, ਬਿਲਕੁਲ ਹੀ ਅਬੋਲਿਸ਼ ਕਰਤੀਆਂ ਸੀ। ਤਾਂ ਉਹ ਪਾਵਰਾਂ ਦੁਬਾਰੇ ਉਹਨਾਂ ਨੂੰ ਬੈਕ ਦੇ ਦਿੱਤੀਆਂ। ਤਾਂ ਡੀਸੈਂਟਰਲਾਈਜੇਸ਼ਨ ਆਫ ਪਾਵਰ ਹੋ ਗਈ ਵੀ ਇੱਕ ਥਾਂ 'ਤੇ ਸੈਂਟਰਲਾਈਜ਼ ਨਹੀਂ ਰਹੀ ਪਾਵਰ। ਇਹ ਤੋਂ ਬਾਅਦ ਇੱਕ ਪੋਰਟਫੋਲੀਓ ਸਿਸਟਮ ਬੇਸਿਕਲੀ 1859 ਦੇ ਵਿੱਚ ਆਇਆ ਸੀ, ਪਰ ਇਹਨੂੰ ਰਿਕੋਗਨਾਈਜ਼ ਕੀਤਾ ਗਿਆ 1862 ਦੇ ਵਿੱਚ ਲਾਰਡ ਕੈਨਿੰਗ ਦੁਆਰਾ ਹੀ। ਤਾਂ ਇਹਦੇ ਵਿੱਚ ਬੇਸਿਕਲੀ ਹੁੰਦਾ ਕੀ ਆ ਪੋਰਟਫੋਲੀਓ ਦੇ ਵਿੱਚ? ਪੋਰਟਫੋਲੀਓ ਸਿਸਟਮ ਦੇ ਵਿੱਚ ਕੋਈ ਵੀ ਲੈਜਿਸਲੇਟਿਵ ਕਾਉਂਸਲ ਦਾ ਮੈਂਬਰ ਹੈ ਜਿਹੜਾ, ਉਹ ਐਜ਼ ਏ ਹੋਲ ਡਿਪਾਰਟਮੈਂਟ ਡਿਸੀਜਨ ਲੈ ਸਕਦਾ, ਉਹ ਹੋਲ ਡਿਪਾਰਟਮੈਂਟ ਉਹਨੂੰ ਇੰਪਲੀਮੈਂਟ ਕਰਵਾ ਸਕਦਾ। ਤਾਂ ਉਸ ਚੀਜ਼ ਨੂੰ ਪੋਰਟਫੋਲੀਓ ਸਿਸਟਮ, ਇਸ ਚੀਜ਼ ਨੂੰ ਬਸ ਤੁਸੀਂ ਯਾਦ ਰੱਖਣਾ। ਪੋਰਟਫੋਲੀਓ ਸਿਸਟਮ ਕਿਹੜੇ ਐਕਟ ਰਾਹੀਂ ਆਇਆ ਸੀ, ਕਿਹੜੇ ਐਕਟ ਰਾਹੀਂ ਰਿਕੋਗਨਾਈਜ਼ ਕੀਤਾ ਗਿਆ ਸੀ। ਉਸ ਤੋਂ ਬਾਅਦ ਵਾਇਸਰਾਏ ਨੂੰ ਪਾਵਰ ਦਿੱਤੀਆਂ ਗਈਆਂ ਆਰਡੀਨੈਂਸ ਜਾਰੀ ਕਰਨ ਦੀਆਂ। ਤਾਂ ਇਹ ਬਹੁਤ ਇੰਪੋਰਟੈਂਟ, ਅੱਜ ਵੀ ਅਸੀਂ ਆਰਡੀਨੈਂਸ ਹੁੰਦੇ ਹਾਂ, ਆਰਟੀਕਲ 1, 2, 3 ਰਾਹੀਂ ਪ੍ਰੈਜ਼ੀਡੈਂਟ ਕੋਲ ਪਾਵਰ ਹੈ ਆਰਡੀਨੈਂਸ ਲਾਗੂ ਕਰਨ ਦੀ। ਤਾਂ ਆਰਡੀਨੈਂਸ ਵੀ ਬੇਸਿਕਲੀ ਵੀ ਵਾਇਸਰਾਏ ਆ ਜਿਹੜਾ ਉਹ ਪ੍ਰੋਮੂਗਲੇਟ ਕਰ ਸਕਦਾ ਆਰਡੀਨੈਂਸ ਨੂੰ। ਉਹ ਇੰਡੀਅਨ ਕਾਉਂਸਲ ਐਕਟ 1861 ਰਾਹੀਂ ਹੀ ਆਇਆ ਸੀ। ਇਸੇ ਤਰ੍ਹਾਂ ਨਿਊ ਲੈਜਿਸਲੇਟਿਵ ਕਾਉਂਸਲਸ, 3 ਨਵੀਆਂ ਲੈਜਿਸਲੇਟਿਵ ਕਾਉਂਸਲਸ ਵੀ ਇਸ ਐਕਟ ਰਾਹੀਂ ਬਣਾਈਆਂ ਗਈਆਂ। ਸਭ ਤੋਂ ਪਹਿਲੇ ਬੰਗਾਲ, ਇਹ 1862 'ਚ ਬਣੀ ਸੀ ਜੀ। ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਸੀ, ਇਹ ਬਣੀ ਸੀ 1866 'ਚ। ਅਤੇ ਪੰਜਾਬ ਦੀ ਜਿਹੜੀ ਲੈਜਿਸਲੇਟਿਵ ਕਾਉਂਸਲ ਸੀ ਇਹ ਬਣੀ ਸੀ 1897 ਦੇ ਵਿੱਚ, ਠੀਕ ਹੈ ਜੀ। ਤਾਂ ਇਹ ਇਸੇ ਐਕਟ ਰਾਹੀਂ ਬਣਾਈਆਂ ਗਈਆਂ ਸੀ। ਇਸ ਤੋਂ ਬਾਅਦ ਨੈਕਸਟ ਅਸੀਂ ਡਿਸਕਸ ਕਰ ਲੈਂਦੇ ਹਾਂ ਅਗਲਾ ਇੰਡੀਅਨ ਕਾਉਂਸਲ ਐਕਟ। ਇਸ ਤੋਂ ਬਾਅਦ ਨੈਕਸਟ ਉਹ ਆਇਆ 1892 ਦੇ ਵਿੱਚ। ਇਹਦੇ ਵਿੱਚ ਕੀ ਕੀਤਾ ਗਿਆ, ਇਨਕਰੀਜ਼ਡ ਨੰਬਰ ਆਫ ਐਡੀਸ਼ਨਲ ਨਾਨ ਆਫੀਸ਼ੀਅਲ ਨੋਮੀਨੇਸ਼ਨ, ਜਿਹੜੀ ਇਹ ਮੈਂਬਰ ਨੋਮੀਨੇਟ ਕਰਨੇ ਸੀਗੇ ਇਹ ਇਹਦੇ ਵਿੱਚ ਵਧਾ ਦਿੱਤੇ ਗਏ, ਪਹਿਲੀ ਗੱਲ। ਦੂਜੇ ਨੰਬਰ 'ਤੇ ਜਿਹੜੀ ਲੈਜਿਸਲੇਟਿਵ ਕਾਉਂਸਲ ਸੀ
ਪਾਵਰ ਟੂ ਡਿਸਕਸ ਬਜਟ। ਪਹਿਲਾਂ ਕੀ ਹੈ, ਲੈਜਿਸਲੇਟਿਵ ਕਾਉਂਸਲ ਸੀ, ਉਹ ਡਿਸਕਸ ਨਹੀਂ ਕਰ ਸਕਦੀ ਸੀ ਬਜਟ ਨੂੰ, ਪਰ ਹੁਣ ਉਹਨੂੰ ਇਹ ਪਾਵਰ ਦੇ ਦਿੱਤੀ ਗਈ। ਠੀਕ ਹੈ, ਇਹਦੇ 'ਚ ਕੁਝ ਜ਼ਿਆਦਾ ਨਹੀਂ ਸੀ। ਨੈਕਸਟ ਜਿਹੜਾ ਸਭ ਤੋਂ ਇੰਪੋਰਟੈਂਟ ਹੈ, ਇਹ ਕਾਫੀ ਮਤਲਬ ਕਿ ਇੱਕ ਇਹ ਵੀ ਲੈਂਡਮਾਰਕ ਮੰਨਿਆ ਜਾਂਦਾ, ਇੰਡੀਅਨ ਕਾਉਂਸਲ ਐਕਟ 1909। ਇਹਨੂੰ ਹੋਰ ਨਾਂ ਨਾਲ ਜਾਣਿਆ ਜਾਂਦਾ ਮੋਰਲੇ ਮਿੰਟੋ ਰਿਫਾਰਮਸ। ਬਹੁਤ ਵਾਰ ਤੁਸੀਂ ਸੁਣਿਆ ਹੋਊਗਾ ਵੀ ਮੋਰਲੇ ਮਿੰਟੋ ਰਿਫਾਰਮਸ ਕਿਹੜੇ ਸੰਨ 'ਚ ਆਏ ਸੀ। ਆਪਾਂ ਲਿਖਦੇ ਹਾਂ 1909 ਦੇ ਵਿੱਚ। ਮੋਰਲੇ ਕੌਣ ਸੀਗਾ? ਮੋਰਲੇ ਬੇਸਿਕਲੀ ਉਸ ਟਾਈਮ ਸੈਕਟਰੀ ਆਫ ਸਟੇਟ ਸੀ, ਤੇ ਲਾਰਡ ਮਿੰਟੋ ਸੀ ਜਿਹੜਾ ਉਹ ਵਾਇਸਰਾਏ ਆਫ ਇੰਡੀਆ ਸੀ। ਠੀਕ ਹੈ, ਇਹ ਯਾਦ ਰੱਖਣਾ। ਇਹਦੇ ਵਿੱਚ ਜਿਹੜੀ ਸੈਂਟਰਲ ਲੈਜਿਸਲੇਟਿਵ ਕਾਉਂਸਲ ਸੀ, ਇਹਦੇ 'ਚ ਉਹਨਾਂ ਦੀ ਜਿਹੜੀ ਨੰਬਰ ਆਫ ਮੈਂਬਰਸ ਆ ਉਹ ਵਧਾ ਦਿੱਤੇ ਗਏ ਸੀ। ਸੈਂਟਰਲ ਲੈਜਿਸਲੇਟਿਵ ਕਾਉਂਸਲ ਦੇ ਸੀ ਉਹ 16 ਤੋਂ 60 ਕਰ ਦਿੱਤੇ ਗਏ ਸੀ, ਤੇ ਜਿਹੜੇ ਪ੍ਰੋਵਿੰਸੀਕਲ ਲੈਜਿਸਲੇਟਿਵ ਕਾਉਂਸਲ ਸੀ ਨੀਚੇ ਜਿਹੜੀਆਂ ਸੀਗੀਆਂ ਲੈਜਿਸਲੇਟਿਵਸ, ਉਹਦੇ ਵਿੱਚ ਉਹ ਯੂਨੀਫਾਰਮ ਨਹੀਂ ਸੀ, ਬਟ ਉਹ ਵਧਾ ਦਿੱਤੀਆਂ ਗਈਆਂ ਸੀ। ਪਹਿਲੀ ਵਾਰੀ ਕੀ ਹੋਇਆ ਇਸ ਐਕਟ ਰਾਹੀਂ, ਐਸੋਸੀਏਸ਼ਨ ਆਫ ਇੰਡੀਅਨਸ ਵਿਦ ਦਾ ਐਗਜ਼ੀਕਿਊਟਿਵ ਕਾਉਂਸਲ ਆਫ ਵਾਇਸਰਾਏ। ਵਾਇਸਰਾਏ ਦੀ ਐਗਜ਼ੀਕਿਊਟਿਵ ਕਾਉਂਸਲ ਦੇ ਵਿੱਚ ਪਹਿਲੀ ਵਾਰੀ ਕਿਸੇ ਇੰਡੀਅਨ ਨੂੰ ਲਿਆ ਗਿਆ। ਪਹਿਲਾਂ ਤਾਂ ਜਸਟ ਨੋਮੀਨੇਟ ਕਰਦੇ ਸੀ, ਐਗਜ਼ੀਕਿਊਟਿਵ ਕਾਉਂਸਲ 'ਚ ਨਹੀਂ ਸੀ ਉਹ। ਤੇ ਇਸ ਵਾਰ ਪਹਿਲੀ ਵਾਰੀ ਐਸੋਸੀਏਸ਼ਨ ਆਫ ਇੰਡੀਅਨਸ, ਕਿਸੇ ਇੰਡੀਅਨ ਨੂੰ ਐਸੋਸੀਏਟ ਕੀਤਾ ਗਿਆ ਐਗਜ਼ੀਕਿਊਟਿਵ ਕਾਉਂਸਲ ਵਾਇਸਰਾਏ ਦੇ ਵਿੱਚ। ਤੇ ਪਹਿਲਾ ਕੌਣ ਬਣਿਆ? ਸਤਿੰਦਰ ਪ੍ਰਸਾਦ ਸਿਨਹਾ। ਇਹ ਲਾਅ ਮੈਂਬਰ ਸੀਗੇ। ਤਾਂ ਇਹ ਕੁਐਸਚਨ ਆ ਜਾਂਦਾ, ਫਸਟ ਟਾਈਮ ਕੌਣ ਸੀ ਜਿਹੜੇ ਐਸੋਸੀਏਟ ਹੋਏ ਸੀ? ਸਤਿੰਦਰ ਪ੍ਰਸਾਦ ਸਿਨਹਾ। ਹੁਣ ਸਭ ਤੋਂ ਇੰਪੋਰਟੈਂਟ ਇਸ ਐਕਟ ਦਾ 1909 ਦਾ ਜਿਹੜਾ ਮੁੱਢ ਸੀ, ਜਿਹਨੂੰ ਕਿਹਾ ਜਾਂਦਾ ਫਾਦਰ ਆਫ ਕਮਿਊਨਲ ਇਲੈਕਟੋਰੇਟ, ਉਹ ਸੀ ਜੀ ਇਹ 'ਚ ਸੈਪਰੇਟ ਇਲੈਕਟੋਰੇਟ ਫॉर ਮੁਸਲਿਮਸ ਕੀਤਾ ਗਿਆ। ਮਤਲਬ ਸਾਡੇ ਕਮਿਊਨਲਿਜ਼ਮ ਦੀ ਜੜ ਹੈ ਜਿਹੜੀ ਸਾਡੇ ਵਿੱਚ, ਮਤਲਬ ਇੱਕ ਤਰ੍ਹਾਂ ਨਾਲ ਫਿਰਕਾ ਪ੍ਰਸਤੀ ਜਿਹਨੂੰ ਕਹਿੰਦੇ ਆ, ਉਹਨੂੰ ਐਡ ਕਰਨ ਦੀ ਇੱਕ ਜੜ ਸੀ, ਉਹ ਇਹ ਐਕਟ ਸਾਬਿਤ ਹੋਇਆ। ਇਹਦੇ 'ਚ ਕੀ ਕੀਤਾ ਗਿਆ ਇਸ ਐਕਟ ਦੇ ਵਿੱਚ? ਇਸ ਦੇ ਵਿੱਚ ਮੁਸਲਿਮਸ ਨੂੰ ਅਲੱਗ ਰਿਪਰੈਜ਼ੈਂਟੇਸ਼ਨ ਦੀ ਗੱਲ ਚੱਲੀ ਵੀ ਜਿਹੜੇ ਮੁਸਲਿਮਸ ਆਬਾਦੀ ਵਾਲੇ ਨੇ ਉਹ ਕਿਸੇ ਹਿੰਦੂ ਨੂੰ ਵੋਟ ਨਹੀਂ ਕਰ ਸਕਦੇ, ਮੁਸਲਿਮਸ ਨੂੰ ਹੀ ਕਰਨਗੇ। ਤਾਂ ਉਹ ਕਮਿਊਨਲ ਕਾਰਡ ਖੇਡਿਆ ਇਹਨਾਂ ਨੇ। ਕਮਿਊਨਲ ਕਾਰਡ ਤਾਂ ਇਹਨਾਂ ਨੇ ਪਹਿਲਾਂ ਹੀ ਖੇਡਤਾ ਸੀ 1905 ਦੇ ਵਿੱਚ, ਜਦੋਂ ਲਾਰਡ ਕਰਜ਼ਨ ਨੇ ਡਿਵਾਈਡ ਕਰਤਾ ਸੀ ਬੰਗਾਲ ਨੂੰ, ਈਸਟ ਬੰਗਾਲ ਵੈਸਟ ਬੰਗਾਲ ਦੇ ਵਿੱਚ। ਠੀਕ ਹੈ, ਡਿਵਾਈਡ ਐਂਡ ਰੂਲ ਦੀ ਪਾਲਿਸੀ 'ਤੇ ਚੱਲਣ ਲੱਗੇ ਸੀ। ਇੱਥੇ ਜਾ ਕੇ ਇਹ ਬਿਲਕੁਲ ਹੀ, ਮਤਲਬ ਜੇ ਅਸੀਂ ਕਹਿੰਦੇ ਵੀ ਅੱਜ ਇੰਡੀਆ ਦੀ ਜੇ ਡਿਵੀਜ਼ਨ ਹੋਈ ਹੈ ਤਾਂ ਉਹਦਾ ਇੱਕ ਬੇਸਿਕ ਕਨਸੈਪਟ ਇੱਥੋਂ ਸਟਾਰਟ ਹੁੰਦਾ। ਸੈਪਰੇਟ ਇਲੈਕਟੋਰੇਟ ਜਦੋਂ ਦੇ ਦਿੱਤਾ ਗਿਆ ਸੀਗਾ, ਮਤਲਬ ਇਹਦੀ ਗੱਲ ਚੱਲ ਪਈ ਸੀ, ਤੇ ਇਹਨੂੰ ਫਾਦਰ ਆਫ ਕਮਿਊਨਲ ਇਲੈਕਟੋਰੇਟ ਵੀ ਕਿਹਾ ਜਾਂਦਾ। ਨੈਕਸਟ ਇਸ ਤੋਂ ਬਾਅਦ ਆਉਂਦਾ ਜੀ ਗਵਰਨਮੈਂਟ ਆਫ ਇੰਡੀਆ ਐਕਟ 1919। ਇਹਨੂੰ ਮੌਂਟੇਗੋ ਕੈਂਪਸਫੋਲਡ ਰਿਫਾਰਮਸ ਵੀ ਕਿਹਾ ਜਾਂਦਾ। ਮੌਂਟੇਗੋ ਉਸ ਟਾਈਮ ਸੈਕਟਰੀ ਆਫ ਇੰਡੀਆ ਸੀ, ਸੈਕਟਰੀ ਆਫ ਸਟੇਟ ਕਹਿ ਦਿੰਦੇ। ਕੈਂਪਸਫੋਲਡ ਸੀ ਜਿਹੜਾ ਲਾਰਡ ਕੈਂਪਸਫੋਲਡ, ਉਸ ਟਾਈਮ ਵਾਇਸਰਾਏ ਆਫ ਇੰਡੀਆ ਸੀ। ਇਹਦੇ ਵਿੱਚ ਕੀ ਕੀਤਾ ਗਿਆ, ਇਹ ਵੀ ਬੜਾ ਇੰਪੋਰਟੈਂਟ ਹੈ। ਇਹਦੇ 'ਚ ਸੈਪਰੇਟ ਸੈਂਟਰਲ ਐਂਡ ਪ੍ਰੋਵਿੰਸੀਕਲ ਸਬਜੈਕਟਸ, ਅੱਜ ਅਸੀਂ ਗੱਲ ਸੁਣਦੇ ਹਾਂ ਯੂਨੀਅਨ ਸਬਜੈਕਟਸ ਦੀ ਗੱਲ ਸੁਣਦੇ ਹਾਂ, ਸਟੇਟ ਸਬਜੈਕਟਸ ਦੀ ਗੱਲ ਸੁਣਦੇ ਹਾਂ, ਤਾਂ ਉਸ ਟਾਈਮ ਇਹ ਪਹਿਲੀ ਵਾਰੀ ਕਨਸੈਪਟ ਚੱਲਿਆ ਸੈਪਰੇਟ ਸੈਂਟਰਲ ਐਂਡ ਪ੍ਰੋਵਿੰਸੀਕਲ। ਉਦੋਂ ਪ੍ਰੋਵਿੰਸਸ ਹੁੰਦੀਆਂ ਸੀ ਤਾਂ ਉਹਨਾਂ ਦੇ ਸਬਜੈਕਟ ਸੈਪਰੇਟ ਕਰ ਦਿੱਤੇ ਗਏ, ਤੇ ਜਿਹੜੇ ਪ੍ਰੋਵਿੰਸੀਕਲ ਸਬਜੈਕਟ ਸੀਗੇ ਉਹਨਾਂ ਨੂੰ ਦੋ 'ਚ ਡਿਵਾਈਡ ਕਰ ਦਿੱਤਾ ਗਿਆ, ਇੱਕ ਟਰਾਂਸਫਰਡ ਸਬਜੈਕਟਸ, ਇੱਕ ਰਿਜ਼ਰਵਡ ਸਬਜੈਕਟਸ। ਠੀਕ ਹੈ, ਇਹ ਜਿਹੜੇ ਟਰਾਂਸਫਰ ਤੇ ਰਿਜ਼ਰਵਡ 'ਚ ਡਿਵਾਈਡ ਕਰਨ ਨੂੰ ਹੀ ਡਿਊਲ ਸਿਸਟਮ ਕਿਹਾ ਗਿਆ। ਇਹ ਡਿਊਲ ਸਿਸਟਮ ਨੂੰ ਕਿਹਾ ਗਿਆ ਡਿਆਰਕੀ। ਠੀਕ ਹੈ, ਪ੍ਰੋਵਿੰਸੀਕਲ ਦੇ ਵਿੱਚ ਬੇਸਿਕਲੀ ਕੀ ਕੀਤਾ, ਟਰਾਂਸਫਰ ਸਬਜੈਕਟ ਤੇ ਰਿਜ਼ਰਵ 'ਚ ਵੰਡਤਾ। ਤਾਂ ਟਰਾਂਸਫਰ ਸਬਜੈਕਟ ਕਿਹੜੇ ਹੋਣਗੇ? ਜਿਹਦੇ 'ਚ ਜਿਹੜਾ ਗਵਰਨਰ ਹੈ ਉਹ ਵਿਦ ਦਾ ਏਡ ਆਫ ਮਿਨਿਸਟਰਸ ਕੋਈ ਡਿਸੀਜਨ ਲਊਗਾ, ਐਂਡ ਹੀ ਵਿਲ ਬੀ ਰਿਸਪੌਂਸੀਬਲ ਟੂ ਦਾ ਲੈਜਿਸਲੇਟਿਵ ਕਾਉਂਸਲ। ਉਹ ਸੀਗੇ ਟਰਾਂਸਫਰਡ ਸਬਜੈਕਟ। ਠੀਕ ਹੈ, ਬਟ ਰਿਜ਼ਰਵਡ ਦੇ ਵਿੱਚ ਇਦਾਂ ਦਾ ਕੁਝ ਨਹੀਂ ਸੀ। ਉਹ ਠੀਕ ਹੈ, ਉਹ ਐਡਵਾਈਸ ਲਊ, ਪਰ ਉਹ ਉੱਪਰ ਕਿਸੇ ਨੂੰ ਰਿਸਪੌਂਸੀਬਲ ਨਹੀਂ ਸੀ। ਤਾਂ ਇਸ ਤਰ੍ਹਾਂ ਉਹਨੇ ਇੱਕ ਡਿਊਲ ਸਿਸਟਮ ਖੜਾ ਕਰਤਾ। ਠੀਕ ਹੈ, ਇਸ ਐਕਟ ਨੇ ਇਹਨੂੰ ਡਿਆਰਕੀ ਦਾ ਨਾਮ ਦਿੱਤਾ ਗਿਆ। ਤਾਂ ਇਹ ਕੁਐਸਚਨ ਬਣ ਸਕਦਾ ਵੀ ਡਿਆਰਕੀ ਮਤਲਬ ਕਿਹੜੇ ਐਕਟ ਰਾਹੀਂ ਆਈ ਸੀ, ਜਾਂ ਗਵਰਨਮੈਂਟ ਆਫ ਇੰਡੀਆ ਐਕਟ 1919 ਰਾਹੀਂ ਕੀ ਲਾਗੂ ਕੀਤਾ ਗਿਆ ਸੀ? ਡਿਆਰਕੀ। ਇਸ ਤੋਂ ਬਾਅਦ ਆ ਗਿਆ ਜੀ ਬਾਈ ਕੈਮਰਲਿਜ਼ਮ। ਉਸ ਟਾਈਮ ਸਾਡੇ ਜਿਹੜੀ ਸੰਸਦ ਹੈ, ਹੁਣ ਦੀ ਸੰਸਦ ਹੈ, ਉਸ ਟਾਈਮ ਪਾਰਲੀਮੈਂਟ ਸੀ, ਤਾਂ ਉਹ ਮਤਲਬ ਉਹਦੇ ਜਿਹੜੇ ਹਾਊਸ ਉਸ ਟਾਈਮ ਪਾਰਲੀਮੈਂਟ ਨਹੀਂ ਸੀ, ਉਸ ਟਾਈਮ ਜਿਹੜੀ ਲੈਜਿਸਲੇਟਿਵ ਸੀ, ਤਾਂ ਉਸ ਟਾਈਮ ਉਸ ਨੂੰ ਦੋ ਹਾਊਸ 'ਚ ਡਿਵਾਈਡ ਕਰ ਦਿੱਤਾ ਗਿਆ, ਅਪਰ ਹਾਊਸ ਐਂਡ ਲੋਅਰ ਹਾਊਸ। ਅਪਰ ਹਾਊਸ ਨੂੰ ਕਾਉਂਸਲ ਆਫ ਸਟੇਟ ਦਾ ਨਾਮ ਦਿੱਤਾ ਗਿਆ, ਲੋਅਰ ਹਾਊਸ ਨੂੰ ਲੈਜਿਸਲੇਟਿਵ ਅਸੈਂਬਲੀ ਦਾ ਨਾਮ ਦਿੱਤਾ ਗਿਆ। ਹੁਣ ਅਪਰ ਹਾਊਸ ਨੂੰ ਅਸੀਂ ਰਾਜ ਸਭਾ ਕਹਿੰਦੇ ਹਾਂ, ਲੋਅਰ ਹਾਊਸ ਨੂੰ ਲੋਕ ਸਭਾ ਕਹਿੰਦੇ ਹਾਂ, ਬਟ ਉਦੋਂ ਦਾ ਨਾਮ ਤੁਸੀਂ ਜ਼ਰੂਰ ਯਾਦ ਰੱਖਣੇ ਆ। ਤੇ ਇਸ ਤੋਂ ਬਾਅਦ ਐਂਡ ਡਾਇਰੈਕਟ ਇਲੈਕਸ਼ਨਸ ਇਨ ਦਾ ਕੰਟਰੀ, ਤੇ ਇਹਦੇ ਵਿੱਚ ਜਿਹੜੇ ਮੈਂਬਰਸ ਇਲੈਕਟ ਹੋ ਕੇ ਆਏ ਉਹਨਾਂ ਲਈ ਡਾਇਰੈਕਟ ਇਲੈਕਸ਼ਨਸ ਕੀਤੀਆਂ ਗਈਆਂ। ਐਕਸਟੈਂਡਡ ਕਮਿਊਨਲ ਰਿਪਰੈਜ਼ੈਂਟੇਸ਼ਨ, ਤੇ ਜਿਹੜੀ ਕਮਿਊਨਲ ਰਿਪਰੈਜ਼ੈਂਟੇਸ਼ਨ ਸੀ, ਜਿਹੜੀ ਪਹਿਲਾਂ ਜਿਵੇਂ ਮੁਸਲਿਮਸ ਨੂੰ
ਅਲੱਗ ਤੋਂ ਦਿੱਤਾ ਸੀ, ਮੁਸਲਿਮ ਨੂੰ ਵੋਟ ਪਾ ਸਕਣਗੇ। ਇਹਦੇ ਵਿੱਚ ਹੋਰ ਇਨਕਰੀਜ਼ ਕਰਤੀ, ਹੁਣ ਸਿੱਖਸ ਲਈ ਕਰਤੀ, ਕ੍ਰਿਸਚੀਅਨ ਲਈ ਕਰਤੀ, ਐਂਗਲੋ ਇੰਡੀਅਨਸ ਲਈ ਕਰਤੀ, ਯੂਰੋਪੀਅਨ ਲਈ ਕਰਤੀ। ਤਾਂ ਜਿਹੜੀ ਕਮਿਊਨਲ ਫਿਰਕਾ ਜਿਹੜੀ ਪ੍ਰਸਤੀ ਦੀ ਉਹ ਸੀ ਰਿਪਰੈਜ਼ੈਂਟੇਸ਼ਨ ਸੀ ਆਪਾਂ ਕਹਿ ਦਿੰਦੇ ਹਾਂ, ਤਾਂ ਉਹ ਹੋਰ ਵਧਾ ਦਿੱਤੀ ਗਈ। ਠੀਕ ਹੈ। ਨੈਕਸਟ ਆ ਗਿਆ ਹਾਈ ਕਮਿਸ਼ਨਰ ਫॉर ਇੰਡੀਆ ਇਨ ਲੰਡਨ। ਹੁਣ ਲੰਡਨ ਦੇ ਵਿੱਚ ਇੰਡੀਆ ਦਾ ਹਾਈ ਕਮਿਸ਼ਨਰ ਡੈਜ਼ਿਗਨੇਟ ਕਰ ਦਿੱਤਾ ਗਿਆ। ਠੀਕ ਹੈ। ਉਹ ਬੇਸਿਕਲੀ ਇੱਕ ਤਰ੍ਹਾਂ ਨਾਲ ਸੈਕਟਰੀ ਆਫ ਸਟੇਟ ਦੇ ਤੌਰ 'ਤੇ ਕੰਮ ਹੀ ਕਰਦਾ ਸੀ। ਉਹਨੂੰ ਹਾਈ ਕਮਿਸ਼ਨਰ ਡੈਜ਼ਿਗਨੇਟ ਕੀਤਾ ਗਿਆ ਲੰਡਨ ਦੇ ਵਿੱਚ, ਉਹ ਜਿਹੜਾ ਇੰਡੀਆ ਦੇ ਤੌਰ 'ਤੇ ਇੰਡੀਆ ਦੇ ਰਿਪਰੈਜ਼ੈਂਟੇਟਿਵ ਦੇ ਤੌਰ 'ਤੇ ਉੱਥੇ ਕੰਮ ਕਰਦਾ ਸੀ। ਹੁਣ ਇੱਥੇ ਇੱਕ ਚੀਜ਼ ਇਹਦੋਂ ਸੈਪਰੇਟ ਇੱਕ ਹੋਰ ਚੀਜ਼ ਡਿਸਕਸ ਕਰ ਲੈਂਦੇ ਹਾਂ। ਇੱਕ ਹੁੰਦਾ ਅੰਬੈਸਡਰ, ਇੱਕ ਹੁੰਦਾ ਹਾਈ ਕਮਿਸ਼ਨਰ। ਉਹਨਾਂ 'ਚ ਕੀ ਫਰਕ ਹੈ? ਠੀਕ ਹੈ, ਇਹ ਤੁਸੀਂ ਕਮੈਂਟ ਬਾਕਸ 'ਚ ਦੱਸਣਾ। ਨੈਕਸਟ, ਸੈਂਟਰਲ ਪਬਲਿਕ ਸਰਵਿਸ ਕਮਿਸ਼ਨ, ਜਿਹੜੀ ਮਤਲਬ ਰਿਕਰੂਟਮੈਂਟ ਐਂਡ ਸਿਲੈਕਸ਼ਨ ਸਿਵਲ ਸਰਵੈਂਟਸ ਦੀ ਜਿਹੜੀ ਕਰਨੀ ਹੈ, ਉਹਦੇ ਲਈ ਇੱਕ ਸੈਂਟਰਲ ਪਬਲਿਕ ਸਰਵਿਸ ਕਮਿਸ਼ਨ 1926 ਦੇ ਵਿੱਚ ਗਠਿਤ ਕਰ ਦਿੱਤਾ ਗਿਆ ਵੀ ਉਹ ਰਿਕਰੂਟਮੈਂਟ ਨੂੰ ਦੇਖੇਗਾ। ਤੇ ਸੈਪਰੇਟਡ ਬਜਟ, ਹੁਣ ਯੂਨੀਅਨ ਤੇ ਪ੍ਰੋਵਿੰਸ ਦੇ ਜਿਹੜੇ ਬਜਟ ਸੀ ਉਹ ਵੀ ਸੈਪਰੇਟ ਕਰ ਦਿੱਤੇ ਗਏ। ਹੁਣ ਨੈਕਸਟ ਆਉਂਦਾ ਜੀ ਗਵਰਨਮੈਂਟ ਆਫ ਇੰਡੀਆ ਐਕਟ ਆਫ 1935, ਜਿਹੜਾ ਸਭ ਤੋਂ ਇੰਪੋਰਟੈਂਟ ਹੈ, ਸਭ ਤੋਂ ਲੈਂਡਮਾਰਕ ਹੈ, ਬਲੂ ਪ੍ਰਿੰਟ ਆਫ ਦਾ ਮਾਡਰਨ ਇੰਡੀਅਨ ਕੌਂਸਟੀਟਿਊਸ਼ਨ ਕਿਹਾ ਜਾਂਦਾ ਹੈ। ਠੀਕ ਹੈ। ਇਹ ਸੀਗਾ ਜੀ ਗਵਰਨਮੈਂਟ ਆਫ ਇੰਡੀਆ ਐਕਟ 1935। ਇਹਦੇ ਵਿੱਚ ਕੀ ਸੀ? 321 ਸੈਕਸ਼ਨਸ ਤੇ 10 ਸ਼ਡਿਊਲਸ। ਠੀਕ ਹੈ। ਇਹਦੇ ਵਿੱਚ ਡਿਫਰੈਂਟ ਲਿਸਟਸ, ਜਿਵੇਂ ਫੈਡਰਲ ਲਿਸਟ, ਪ੍ਰੋਵਿੰਸੀਕਲ ਲਿਸਟ, ਕੌਨਕਰੈਂਟ ਲਿਸਟ 'ਚ ਵੰਡ ਦਿੱਤਾ ਗਿਆ। ਠੀਕ ਹੈ। ਹੁਣ ਵੀ ਅਸੀਂ ਸੁਣਦੇ ਹਾਂ ਯੂਨੀਅਨ ਲਿਸਟ ਕਹਿ ਦਿੰਦੇ ਹਾਂ, ਇੱਥੇ ਅਸੀਂ ਸਟੇਟ ਲਿਸਟ ਕਹਿ ਦਿੰਦੇ ਹਾਂ, ਇੱਥੇ ਕੌਨਕਰੈਂਟ ਲਿਸਟ ਕਹਿ ਦਿੰਦੇ ਹਾਂ। ਯੂਨੀਅਨ ਲਿਸਟ ਇਹਦੇ ਵਿੱਚ ਜਿਵੇਂ ਡਿਫੈਂਸ ਆ ਗਈ, ਸਾਡੀ ਪੋਸਟ ਅੱਜ ਦੀ ਗੱਲ ਕਰਦਾ, ਆਰਮੀ ਡਿਫੈਂਸ ਆ ਗਈ, ਸਾਡਾ ਕਮਿਊਨੀਕੇਸ਼ਨ ਆ ਗਿਆ, ਐਕਸਟਰਨਲ ਅਫੇਅਰ ਆ ਗਿਆ, ਯੂਨੀਅਨ 'ਚ ਨੇ, ਰੇਲਵੇ ਆ ਗਿਆ। ਇਸ ਤਰ੍ਹਾਂ ਸਟੇਟ ਦੇ ਵਿੱਚ ਸਾਡੀ ਐਗਰੀਕਲਚਰ ਆ ਗਈ, ਜਾਂ ਸਾਡੇ ਇਰੀਗੇਸ਼ਨ ਆ ਗਈ, ਤਾਂ ਉਹ ਸਾਰੀ ਸਟੇਟ ਸਬਜੈਕਟਸ ਆ ਜਾਂਦੇ ਨੇ। ਕੌਨਕਰੈਂਟ ਦੇ ਵਿੱਚ ਜਿਹਦੇ ਵਿੱਚ ਇਹ ਰਲ ਕੇ ਕੰਮ ਕਰਦੇ ਆ, ਤਾਂ ਉਸ ਤਰ੍ਹਾਂ ਫੈਡਰਲ ਦੇ ਵਿੱਚ 59 ਸੀ, ਪ੍ਰੋਵਿੰਸੀਕਲ 54 ਸੀ, ਕੌਨਕਰੈਂਟ ਦੇ ਵਿੱਚ 36 ਸੀ। ਠੀਕ ਹੈ। ਇਹਦੇ 'ਚ ਕੀ ਕੀਤਾ ਗਿਆ? ਅਬੋਲਿਸ਼ਡ ਡਿਆਰਕੀ ਇਨ ਪ੍ਰੋਵਿੰਸਿਸ ਦੇ ਵਿੱਚ ਤੁਹਾਨੂੰ ਦੱਸਿਆ ਵੀ ਟਰਾਂਸਫਰ ਤੇ ਰਿਜ਼ਰਵ ਦੋ ਤਰ੍ਹਾਂ ਦੇ ਸਬਜੈਕਟ ਕਰਕੇ ਡਿਆਰਕੀ ਕਰ ਦਿੱਤੀ ਗਈ ਸੀ, ਡਿਊਲ ਗਵਰਨਮੈਂਟ ਫਾਰਮ ਕਰ ਦਿੱਤੀ ਗਈ ਸੀ। ਉਹਨੂੰ ਇੱਥੇ ਨਕਾਰ ਦਿੱਤਾ ਗਿਆ, ਉਹਨੂੰ ਅਬੋਲਿਸ਼ ਕਰ ਦਿੱਤਾ ਗਿਆ ਤੇ ਪ੍ਰੋਵਿੰਸਿਸ ਨੂੰ ਆਟੋਨਮੀ ਦੇ ਦਿੱਤੀ ਗਈ। ਪਹਿਲੀ ਗੱਲ, ਬਾਈ ਕੈਮਰਲਿਜ਼ਮ ਕਰ ਦਿੱਤਾ ਗਿਆ ਇਨ 6 ਆਊਟ ਆਫ 11 ਪ੍ਰੋਵਿੰਸਿਸ। ਮਤਲਬ ਜਿਹੜੀਆਂ ਪ੍ਰੋਵਿੰਸਿਸ ਸਾਡੀਆਂ ਟੋਟਲ ਉਦੋਂ 11 ਸੀ, ਉਹਦੇ ਚੋਂ 6 'ਚ ਬਾਈ ਕੈਮਰਲਿਜ਼ਮ, ਅਪਰ ਹਾਊਸ ਤੇ ਲੋਅਰ ਹਾਊਸ ਉਸੇ ਤਰ੍ਹਾਂ ਬਣਾ ਦਿੱਤੇ ਗਏ। ਠੀਕ ਹੈ। ਉਹ 6 ਦੇ ਨਾਮ ਤੁਸੀਂ ਕਮੈਂਟ ਬਾਕਸ ਦੱਸਣੇ ਨੇ। ਠੀਕ ਹੈ ਜੀ। ਨੈਕਸਟ ਆ ਗਿਆ ਐਕਸਟੈਂਡਡ ਸੈਪਰੇਟ ਰਿਪਰੈਜ਼ੈਂਟੇਸ਼ਨ ਡਿਪਰੈਸਡ ਕਲਾਸਿਸ, ਵੂਮਨ, ਲੇਬਰਰ ਦੇ ਲਈ ਜਿਹੜਾ ਇਹ ਸੀਗਾ ਇੱਕ ਸੈਪਰੇਟ ਰਿਪਰੈਜ਼ੈਂਟੇਸ਼ਨ ਹੋਰ ਕਰ ਦਿੱਤੀ ਗਈ, ਜਿਹੜੀਆਂ ਡਿਪਰੈਸਡ ਕਲਾਸਿਸ ਸੀਗੀਆਂ ਉਹਨਾਂ ਲਈ, ਵੂਮਨ ਲਈ, ਲੇਬਰਰਸ ਲਈ। ਠੀਕ ਹੈ। ਉਹਨਾਂ ਲਈ ਅਲੱਗ ਤੋਂ ਇਹ ਸੈਪਰੇਟ ਬਣਾ ਦਿੱਤਾ ਗਿਆ। ਐਕਸਟੈਂਡਡ ਫਰੈਂਚਾਈਜ਼ੀ, ਜਿਹੜੀ ਹੋਰ ਪਾਪੂਲੇਸ਼ਨ ਸੀ, ਮਤਲਬ ਉਹ ਹੋਰ ਵਧਾ ਦਿੱਤੀ ਗਈ, ਜਿਹੜੀ ਵੋਟ ਕਰ ਸਕਦੀ ਹੈ। ਐਕਸਟੈਂਡਡ ਫਰੈਂਚਾਈਜ਼ੀ ਦਾ ਮਤਲਬ ਹੈ ਵੀ ਹੋਰ ਪਾਪੂਲੇਸ਼ਨ ਨੂੰ ਵੋਟ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ। ਸਾਡੀ ਜਿਹੜੀ ਕਰੰਸੀ ਵਗੈਰਾ ਛਾਪਦੇ ਨੇ, ਉਹਨੂੰ ਰੈਗੂਲੇਟ ਕਰਦੇ ਆ, ਉਹਦੀ ਇਸਟੈਬਲਿਸ਼ਮੈਂਟ ਕੀਤੀ ਗਈ। ਇਸਟੈਬਲਿਸ਼ਮੈਂਟ ਆਫ RBI 1935, ਤੁਸੀਂ ਬਹੁਤ ਥਾਵਾਂ 'ਤੇ ਪੜ੍ਹਦੇ ਵੀ ਹੋਵੋਗੇ। 1935 ਤਾਂ RBI ਦੀ ਇਸਟੈਬਲਿਸ਼ਮੈਂਟ, ਰਿਜ਼ਰਵ ਬੈਂਕ ਆਫ ਇੰਡੀਆ ਦੀ ਇਸਟੈਬਲਿਸ਼ਮੈਂਟ ਕੀਤੀ ਗਈ ਸੀ 1935। ਇਸਟੈਬਲਿਸ਼ਮੈਂਟ ਆਫ ਫੈਡਰਲ ਪਬਲਿਕ ਸਰਵਿਸ ਕਮਿਸ਼ਨ, ਪ੍ਰੋਵਿੰਸੀਕਲ ਪਬਲਿਕ ਸਰਵਿਸ ਕਮਿਸ਼ਨ, ਜੁਆਇੰਟ ਪਬਲਿਕ ਸਰਵਿਸ ਕਮਿਸ਼ਨ। ਫੈਡਰਲ ਕੀ ਹੁੰਦਾ ਸੀ? ਓਵਰਆਲ ਫੈਡਰੇਸ਼ਨ ਸਾਰੇ ਦੇਸ਼ ਤੇ। ਪ੍ਰੋਵਿੰਸੀਕਲ ਪ੍ਰੋਵਿੰਸਿਸ ਲਈ ਸੀ, ਤੇ ਜੁਆਇੰਟ ਜਿਹੜੇ 2 ਔਰ ਮੋਰ ਸਟੇਟਸ ਲਈ, ਉਹਦੇ ਲਈ ਪਬਲਿਕ ਸਰਵਿਸ ਕਮਿਸ਼ਨ, ਜਿਹੜੇ ਰਿਕਰੂਟਮੈਂਟ ਡੀਲ ਕਰਨਗੇ ਸਿਵਲ ਸਰਵੈਂਟਸ। ਠੀਕ ਹੈ ਜੀ। ਇਹਦੇ ਲਈ ਇਹਨਾਂ ਨੂੰ ਇਸਟੈਬਲਿਸ਼ ਕਰ ਦਿੱਤਾ ਗਿਆ। ਇਸਟੈਬਲਿਸ਼ਮੈਂਟ ਆਫ ਫੈਡਰਲ ਕੋਰਟ 1937, ਇੱਕ ਫੈਡਰਲ ਕੋਰਟ ਇਸਟੈਬਲਿਸ਼ ਕੀਤੀ ਗਈ 1937 ਦੇ ਵਿੱਚ। ਠੀਕ ਹੈ ਜੀ। ਤਾਂ ਇਹ ਗਵਰਨਮੈਂਟ ਆਫ ਇੰਡੀਆ ਤੋਂ ਅਸੀਂ ਫੈਡਰਲ, ਜਿਹੜਾ ਸਾਡਾ ਫੈਡਰਲ ਸਟਰਕਚਰ ਹੈ, ਉਹ ਅਸੀਂ ਗਵਰਨਮੈਂਟ ਆਫ ਇੰਡੀਆ ਤੋਂ ਹੀ ਲਿਆ। ਬਾਕੀ ਵੀ ਕਾਫੀ ਅਸੀਂ ਚੀਜ਼ਾਂ ਲਈਆਂ ਨੇ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ, ਬਟ ਅਸੀਂ ਉਹ ਅੱਗੇ ਡਿਸਕਸ ਕਰਾਂਗੇ ਜਦੋਂ ਅਸੀਂ ਸਾਰੇ ਡੀਲ ਕਰਾਂਗੇ ਨਾ, ਦੇਖਾਂਗੇ ਨਾ ਵੀ ਕਿੱਥੋਂ ਅਸੀਂ ਕੀ ਅਡੋਪਟ ਕੀਤਾ। ਉਹਦੇ ਵਿੱਚ ਅਸੀਂ ਸਾਰੇ ਇਹਦੇ ਜਿਹੜੇ ਪਾਰਟਸ ਨੇ ਉਹ ਡਿਸਕਸ ਕਰਾਂਗੇ। ਨੈਕਸਟ, ਉਸ ਤੋਂ ਬਾਅਦ ਕੀ ਹੁੰਦਾ? ਕਾਫੀ ਮੂਵਮੈਂਟਸ ਹੁੰਦੀਆਂ ਨੇ। ਉਸ ਟਾਈਮ ਵਰਲਡ ਵਾਰ 2 ਹੋ ਰਹੀ ਸੀ। ਵਰਲਡ ਵਾਰ 2 1945 'ਚ ਖਤਮ ਹੋ ਗਈ। ਹਿਟਲਰ ਮਾਰਿਆ ਗਿਆ, ਜਰਮਨੀ ਨੇ ਸਰੈਂਡਰ ਕਰ ਦਿੱਤਾ। ਹਾਲਾਂਕਿ ਬ੍ਰਿਟਿਸ਼ ਦੀ, ਅਮਰੀਕਨ ਦੀ, ਇਹਨਾਂ ਦੀ ਜਿੱਤ ਹੋਈ ਅਲਾਈਡ ਪਾਵਰਸ ਦੀ,
ਬਟ ਉਸ ਟਾਈਮ ਬ੍ਰਿਟਿਸ਼ ਕਾਫੀ ਕਰਜ਼ੇ ਦੇ ਵਿੱਚ ਡੁੱਬ ਚੁੱਕਿਆ ਸੀ, ਮਤਲਬ ਕਾਫੀ ਆਰਥਿਕ ਮੰਦਹਾਲੀ ਆ ਗਈ ਸੀ ਇੱਕ ਤਰ੍ਹਾਂ ਨਾਲ। ਤਾਂ ਉਹਨਾਂ ਨੇ ਦੇਸ਼ ਦੇ ਵਿੱਚੋਂ ਜਾਣਾ ਹੀ ਸੀ, ਉਹਨਾਂ ਨੂੰ ਦੇਸ਼ ਛੱਡਣਾ ਹੀ ਪੈਣਾ ਸੀ। ਜੋ ਇੰਡੀਆ 'ਤੇ ਉਹ ਰਾਜ ਕਰਦੇ ਸੀ ਉਹਨਾਂ ਨੂੰ ਛੱਡਣਾ ਪੈਣਾ ਸੀ। ਤਾਂ ਬ੍ਰਿਟਿਸ਼ ਜਿਹੜੇ ਉਸ ਟਾਈਮ PM ਸੀਗੇ ਕਲੈਮੈਂਟ ਐਟਲੀ, ਉਹ ਅਨਾਊਂਸ ਕਰਦੇ ਨੇ 20 ਫਰਵਰੀ 1947 ਨੂੰ ਕਿ ਅਸੀਂ ਇੰਡੀਆ ਦੇ ਵਿੱਚੋਂ ਜਿਹੜਾ ਬ੍ਰਿਟਿਸ਼ ਦਾ ਰੂਲ ਹੈ ਉਹ ਐਂਡ ਕਰ ਦਾਂਗੇ ਫਰੋਮ ਜੂਨ 30 1948। ਠੀਕ ਹੈ। ਤਾਂ ਉਸ ਤੋਂ ਬਾਅਦ ਕੀ ਹੁੰਦਾ, ਜੂਨ 3 1947 ਨੂੰ British government made it clear that any constitution framed by Constituent Assembly of India 1946 Constituent Assembly of India ਉਹ 1946 9 ਦਸੰਬਰ 1946 ਨੂੰ ਐਸਟੈਬਲਿਸ਼ ਕਰ ਦਿੱਤੀ ਗਈ ਸੀ। ਉਹਦੇ 'ਚ ਇੰਡੀਅਨਸ ਦੀ ਕਾਫੀ ਰਿਪਰੈਜ਼ੈਂਟੇਸ਼ਨ ਸੀ। ਠੀਕ ਹੈ। ਤਾਂ ਉਹ ਜਿਹੜੀ ਉਹ ਕੌਂਸਟੀਟਿਊਐਂਟ ਅਸੈਂਬਲੀ ਹੈ, ਜਿਹੜਾ ਉਹ ਕਾਨੂੰਨ ਬਣਾਏਗੀ, ਉਹ ਬ੍ਰਿਟਿਸ਼ ਗਵਰਨਮੈਂਟ ਨੇ ਕਲੀਅਰ ਕਰ ਦਿੱਤਾ ਕਿ ਉਹ ਕੋਈ ਵੀ ਕਾਨੂੰਨ ਬਣਾ ਸਕਦੀ, ਅਸੀਂ ਉਹਦੇ 'ਚ ਦਖਲਅੰਦਾਜ਼ੀ ਨਹੀਂ ਕਰਾਂਗੇ। ਇਸੇ ਦਿਨ ਹੀ 3 ਜੂਨ 1947 ਨੂੰ ਆਉਂਦਾ ਮਾਊਂਟਬੇਟਨ ਪਲਾਨ। ਲਾਰਡ ਮਾਊਂਟਬੇਟਨ ਜਿਹੜੇ ਸੀ ਉਹ ਲਾਸਟ ਬ੍ਰਿਟਿਸ਼ ਵਾਇਸਰਾਏ ਸੀਗੇ ਇੰਡੀਆ ਦੇ ਵਿੱਚ। ਤਾਂ ਉਹ ਇੱਕ ਪਲਾਨ ਲੈ ਕੇ ਆਉਂਦੇ ਆ 2 ਸਟੇਟ ਥਿਊਰੀ, ਜਿਵੇਂ ਕਿ ਇੰਡੀਆ ਇੱਕ ਪਾਕਿਸਤਾਨ, ਅਤੇ ਇਹਨੂੰ ਮੁਸਲਿਮ ਲੀਗ ਐਂਡ ਇੰਡੀਅਨ ਨੈਸ਼ਨਲ ਕਾਂਗਰਸ ਇਹ ਦੋਨਾਂ ਨੇ ਹੀ ਐਕਸੈਪਟ ਕਰ ਲਿਆ ਸੀ ਕਿ ਹਾਂ ਅਸੀਂ ਮਤਲਬ ਇਸ ਤਰ੍ਹਾਂ ਸੈਪਰੇਟ ਹੋਏਗਾ ਕਿ ਇੰਡੀਆ। ਤਾਂ 3 ਜੂਨ 1947 ਨੂੰ ਇਹ ਲੈ ਕੇ ਆਉਂਦੇ ਆ, ਅਤੇ ਮਿਡਨਾਈਟ ਆਫ 14 ਐਂਡ 15 ਅਗਸਤ ਨੂੰ ਇੰਡੀਆ ਇੰਡੀਪੈਂਡੈਂਟ ਹੋ ਜਾਂਦਾ। ਪਾਕਿਸਤਾਨ 14 ਅਗਸਤ ਨੂੰ ਹੋ ਜਾਂਦਾ, ਇੰਡੀਆ 15 ਅਗਸਤ ਨੂੰ ਹੋ ਜਾਂਦਾ। ਠੀਕ ਹੈ। ਉਸ ਤੋਂ ਬਾਅਦ ਕਾਫੀ ਡਿਬੇਟਸ ਚੱਲਦੀਆਂ ਨੇ, ਕਾਫੀ ਡਿਸਕਸ਼ਨਸ ਹੁੰਦੀਆਂ ਨੇ। ਜੋ ਕਮੇਟੀਜ਼ ਬਣੀਆਂ ਸੀ ਕੌਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਆਪਣਾ ਜਿਹੜਾ ਕੌਂਸਟੀਟਿਊਸ਼ਨ ਬਣਾਉਣ ਦੇ ਲਈ, ਉਹ ਅਸੀਂ ਡਿਸਕਸ ਕਰਾਂਗੇ ਇੱਕ ਅਲੱਗ ਤੋਂ। ਠੀਕ ਹੈ। ਅਤੇ ਉਸ ਤੋਂ ਬਾਅਦ ਉਹ ਕੀ ਪ੍ਰੋਵੀਜ਼ਨਸ ਕਿਸ ਤਰ੍ਹਾਂ ਬਣਾਏ ਜਾਂਦੇ ਆ। ਫਿਰ 26 ਨਵੰਬਰ 1949 ਨੂੰ ਅਨੈਕਟ ਹੁੰਦਾ ਐਂਡ ਅਨਫੋਰਸ ਹੁੰਦਾ 26 ਜਨਵਰੀ 1950 ਨੂੰ, ਜਿਹੜਾ ਸਾਡਾ ਕੌਂਸਟੀਟਿਊਸ਼ਨ। ਥੈਂਕ ਯੂ ਫॉर ਵਾਚਿੰਗ। ਅੱਗੇ ਵੀ ਅਸੀਂ ਹੋਰ ਵੀਡੀਓਜ਼ ਨੇ ਜੋ ਪੋਲਿਟੀ ਦੇ, ਉਹ ਇਸੇ ਤਰ੍ਹਾਂ ਅਪਲੋਡ ਕਰਦੇ ਰਹਾਂਗੇ, ਅਤੇ ਬਾਕੀ ਸਬਜੈਕਟ 'ਤੇ ਵੀ। ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਚੈਨਲ ਨੂੰ ਨਾ ਕਰਨਾ ਭੁੱਲਣਾ, ਅਤੇ ਨਾਲ ਹੀ ਸ਼ੇਅਰ ਵੀ ਜ਼ਰੂਰ ਕਰਨਾ। ਥੈਂਕ ਯੂ ਵੈਰੀ ਮਚ।